ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰਿਓ ਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰਮ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਮ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰਮੂਰਤਿ ਧਿਆਨ ਹਿਰਦੈ ਮੈਂ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਏ ਦਰਬਾਰੀ। ਡੰਡੋਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ, ਜੁਗਲ ਚਰਨ ਮਮ ਬੰਦਨਾ, ਧਰ ਕਰ ਮਾਥ। ਗੁਰੂ ਨਾਨਕ ਸੁਖ ਸਿੰਧ ਕੋ, ਹਾਥ ਜੋਰ ਪ੍ਰਣਾਮ। ਜਿਸ ਕਰਨ ਤੇ ਬੜਿਆਗੀ, ਪਾਵਹਿ ਗਤ ਵਿਸ਼ਰਾਮ। ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ। ਬਾਣੀ ਭਗਤ ਕਬੀਰ ਜੀ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤੇਰੋ ਮਰਮ ਨ ਜਾਨਾ। ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤੇਰੋ ਮਰਮ ਨ ਜਾਨਾ। ਸੰਤ ਸੰਗਤ ਰਾਮ ਹਿਰਦੈ ਬਸਾਈ। ਰਹਾਉ ਹਨੂਮਾਨ ਸਰ ਗਰੁੜ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਨਾ। ਚਾਰ ਵੇਦ ਅਰ ਸਿਮਰਤ ਪੁਰਾਨਾ, ਕਮਲਾ ਪਤ ਕਬਲਾ ਨਹੀਂ ਜਾਨਾ। ਕਹਿ ਕਬੀਰ ਸੋ ਭਰਮੈ ਨਾਹੀ, ਪਗ ਲਗ ਰਾਮ ਰਹਿ ਸਰ ਨਾਹੀ। ਕਹਿ ਕਬੀਰ ਸੋ ਭਰਮੈ ਨਾਹੀ, ਪਗ ਲਗ ਰਾਮ ਰਹਿ ਸਰ ਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ, ਪ੍ਰਬੰਧਕਾਂ ਦੇ ਸ੍ਰੇਸ਼ਟ ਉਦਮ ਦੁਆਰਾ ਆਪ ਸਾਰੀਆਂ ਸੰਗਤਾਂ ਬੜੇ ਉਤਸ਼ਾਹ ਔਰ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਗੁਰਦੁਆਰਾ ਸਾਹਿਬ ਜੀ ਵਿਖੇ ਆ ਕੇ ਬੜੀ ਸ਼ਰਧਾ ਦੇ ਨਾਲ
ਗੁਰੂ ਮਹਾਰਾਜ ਨੂੰ ਦਰਸ਼ਨੀ ਭੇਟ ਅਰਪਣ ਕਰਕੇ ਨਮਸਕਾਰ ਕਰਨ ਤੋਂ ਉਪਰੰਤ ਗੁਰੂ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਸਜ ਰਹੇ ਹੋ। ਚੱਲ ਰਹੇ ਸ਼ਾਮ ਦੇ ਦੀਵਾਨਾਂ ਵਿੱਚ ਸ਼੍ਰੀ ਰਹਿਰਾਸ ਸਾਹਿਬ ਜੀ ਦੇ ਨਿਤਨੇਮ ਅੰਮ੍ਰਿਤ ਰੂਪ ਪਾਵਨ ਗੁਰਬਾਣੀ ਦਾ ਗੁਰੂ ਕੇ ਕੀਰਤਨੀਆਂ ਪਾਸੋਂ ਸ਼ਬਦ ਕੀਰਤਨ ਸਰਵਣ ਕੀਤਾ ਹੈ। ਗਿਆਨੀ ਤਰਸੇਮ ਸਿੰਘ ਜੀ ਉਹਨਾਂ ਤੋਂ ਬੜੇ ਪਿਆਰ ਨਾਲ ਥੋੜ੍ਹੇ ਹੀ ਸਮੇਂ ਵਿੱਚ ਬੜੇ ਸੁੰਦਰ ਬਚਨ ਗੁਰੂ ਜਸ ਸ਼ਰਵਣ ਕੀਤਾ ਹੈ। ਬਾਕੀ ਦਾ ਸਮਾਂ ਸਫਲ ਬਣਾਉਣ ਵਾਸਤੇ ਗੁਰ ਸ਼ਬਦ ਦੀ ਵਿਚਾਰ ਸਰਵਣ ਕਰਨੀ ਹੈ। ਕੱਲ੍ਹ ਸੁਗਰਾਮ ਦਾ ਦਿਨ ਹੈ। ਗਿਆਨੀ ਜੀ ਨੇ ਦੱਸਿਆ ਕੱਲ੍ਹ ਫਿਰ ਆਪਾਂ ਮਹੀਨੇ ਦੀ ਵਿਚਾਰ ਕਰਾਂਗੇ। ਅੱਜ ਜੋ ਭਗਤ ਜੀ ਦੀ ਬਾਣੀ ਵਿੱਚੋਂ ਸ਼ਬਦ ਸੁਣਿਆ ਹੈ, ਇਸ ਦੀ ਵਿਚਾਰ ਸਰਵਣ ਕਰਨੀ ਹੈ। ਗੁਰੂ ਮਹਾਰਾਜ ਨੇ ਬਾਣੀ ਦੇ ਅੰਦਰ ਸਤਿਯੁਗ, ਤ੍ਰੇਤਾ, ਦੁਆਪਰ, ਜੋ ਹੁਣ ਯੁੱਗ ਚੱਲ ਰਿਹਾ ਜਿਹਨੂੰ ਕਲਯੁਗ ਕਹਿੰਦੇ ਹਨ, ਕਲਯੁਗ ਨਹੀਂ ਕਰਯੁਗ ਹੈ। ਐ ਕਰ ਕਰੇ ਸੋ ਕਰ ਪਾਏ, ਕੋਈ ਨਾ ਪਕੜੀਐ ਕਿਸੇ ਕਹਿਥਾਏ। ਜਿਹੋ ਜਿਹਾ ਕੋ ਕਰਦਾ ਉਹੋ ਜਿਹਾ ਫਲ ਭੋਗਦਾ ਹੈ। ਪਹਿਲੇ ਯੁਗਾਂ 'ਚ ਇੱਕ ਕਰਦਾ ਸੀ, ਸਾਰਾ ਦੇਸ਼ ਪੀੜਿਆ ਜਾਂਦਾ ਸੀ। ਤ੍ਰੇਤਾ ਆ ਗਿਆ ਤੇ ਉਹ ਨਗਰ, ਦੁਆਪਰ ਉਹ ਬੰਸ, ਕਲਯੁਗ ਦੇ ਜਿਹੜਾ ਕਰੇ ਉਹ ਪਰੇ। ਤੇ ਵੈਸੇ ਤੇ ਚੰਗਾ ਵੀ ਹੈ। ਪਹਿਲੇ ਯੁਗਾਂ 'ਚ ਕਿੰਨਾ ਕਿੰਨਾ ਜਪ ਤਪ। ਅੱਜ ਕਲਯੁਗ ਦੇ ਵਿੱਚ ਜੇ ਸ਼ਰਧਾ ਭਗਤੀ ਦੇ ਨਾਲ ਏਕ ਚਿੱਤ ਜਨੇਕ ਛਿਨ ਧਿਆਇਓ, ਕਾਲ ਫਾਸਕ ਬੀਚ ਨਾ ਆਇਓ। ਸਤਿਯੁਗ ਸਤ, ਤ੍ਰੇਤਾ ਜੋਗੀ, ਦੁਆਪਰ ਪੂਜਾ ਚਾਰ, ਤੀਨੋਂ ਜੋ ਤੀਨੋਂ ਦਿੜਾ, ਕਲ ਕੇਵਲ ਨਾਮ ਆਧਾਰ। ਜਿਸ ਤਰ੍ਹਾਂ ਦਰਿਆ ਵਿੱਚ ਬੇੜੀ ਹੁੰਦੀ ਹੈ, ਤਿੰਨ ਹਿੱਸੇ ਉਹ ਪਾਣੀ ਵਿੱਚ ਡੁੱਬੀ ਹੁੰਦੀ ਹੈ। ਇੱਕ ਚੱਪਾ ਬਾਹਰ ਹੈ, ਉਹ ਪੂਰਾਂ ਦੇ ਪੂਰ ਪਾਰ ਲੈ ਜਾਂਦੀ ਹੈ। ਇਸ ਤਰ੍ਹਾਂ ਸੱਤੀ ਪਹਿਰੇ ਸੱਤ ਭਲਾ, ਬਹੀਐ ਪੜਿਆ ਪਾਸ, ਉਥੈ ਪੁੰਨ ਪਾਪ ਵਿਚਾਰੀਐ, ਕੂੜੇ ਘਟੇ ਰਾਸ। 8 ਪਹਿਰ ਹਨ। ਇਹਨਾਂ 'ਚੋਂ ਇੱਕ ਪਹਿਰ ਗੁਰੂ ਕੀ ਸੰਗਤ, ਨਾਮ ਬਾਣੀ ਦੇ ਅਭਿਆਸ, ਸੇਵਾ ਸਤਸੰਗ ਚਲਾ ਲਈਏ ਤੇ ਪੜ੍ਹੇ ਲਿਖੇ ਵਿਦਵਾਨ ਮਹਾਂਪੁਰਖਾਂ ਦੀ ਸੰਗਤ 'ਚ ਆ ਕੇ ਵਿਚਾਰ ਸੁਣ ਕੇ ਉਹਦੇ ਅਨੁਕੂਲ ਜੀਵਨ ਬਣਾ ਲਈਏ ਤੇ ਸਮਝੋ 8 ਪਹਿਰ ਸਫਲ ਹੋ ਜਾਂਦੇ ਆ। ਇਸ ਵਾਸਤੇ ਸਤ ਸੰਗਤ ਗੁਰੈ ਬਤਾਈ। ਗੁਰੂ ਮਹਾਰਾਜ ਨੇ ਸੰਗਤ ਕਰਨ ਲਈ ਸਾਨੂੰ ਦੱਸਿਆ, ਫਰਮਾਇਆ ਹੈ ਕਿ ਸਾਧ ਸੰਗਤ ਵਿੱਚ ਆਇਆ ਕਰੋ। ਇਹਦੇ ਨਾਲ ਬੜਾ ਭਾਰੀ ਲਾਭ ਹੁੰਦਾ ਹੈ। ਸੋ ਇਸ ਵਾਸਤੇ ਆਓ ਪਿਆਰ ਦੇ ਨਾਲ ਇੱਕ ਧਾਰਨਾ ਪੜਾਂਗੇ, ਸਾਰੇ ਬੋਲਿਓ। ਸਾਧ ਸੰਗਤ ਵਿੱਚ ਆਇਆ ਕਰੋ, ਦੁਖੜੇ ਜਾਣ ਸਰੀਰਾਂ ਦੇ। ਭਾਈ ਸਾਧ ਸੰਗਤ ਵਿੱਚ ਆਇਆ ਕਰੋ, ਦੁਖੜੇ ਜਾਣ ਸਰੀਰਾਂ ਦੇ। ਸਾਧ ਸੰਗਤ ਵਿੱਚ ਆਇਆ ਕਰੋ, ਦੁਖੜੇ
ਜਾਣ ਸਰੀਰਾਂ ਦੀ। ਸਾਧ ਸੰਗਤ ਵਿੱਚ ਆਇਆ ਕਰੋ, ਦੁਖੜੇ ਜਾਣ ਸਰੀਰਾਂ ਦੀ। ਭਾਈ ਸਾਧ ਸੰਗਤ ਵਿੱਚ ਆਇਆ ਕਰੋ, ਦੁਖੜੇ ਜਾਣ ਸਰੀਰਾਂ ਦੇ। ਭਾਈ ਸਾਧ ਸੰਗਤ ਵਿੱਚ ਆਇਆ ਕਰੋ, ਦੁਖੜੇ ਜਾਣ ਸਰੀਰਾਂ ਦੇ। ਸਾਧ ਸੰਗਤ ਵਿੱਚ ਆਇਆ ਕਰੋ, ਦੁਖੜੇ ਜਾਣ ਸਰੀਰਾਂ ਦੀ। ਸਾਧ ਸੰਗਤ ਵਿੱਚ ਆਇਆ ਕਰੋ, ਦੁਖੜੇ ਜਾਣ ਸਰੀਰਾਂ ਦੀ। ਕਿਉਂਕਿ ਸੰਗਤ ਦਾ ਬਹੁਤ ਵੱਡਾ ਬਲ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਸ੍ਰੀ ਤਰਨ ਤਾਰਨ ਸਾਹਿਬ ਦਰਬਾਰ ਸਾਹਿਬ ਸੰਗਤ ਤੇ ਬਖਸ਼ਿਸ਼ ਕਰਨ ਵਾਸਤੇ ਆਉਂਦੇ ਸੀ, ਦਰਸ਼ਨੀ ਦੁਆਰ ਦੇ ਦੋਹੀਂ ਪਾਸੇ ਦੁਖੀਆਂ ਦੀਆਂ ਕਤਾਰਾਂ ਬੈਠਿਆ ਕਰਦੀਆਂ ਸਨ, ਜਿਹਦੇ ਤੇ ਮਹਾਰਾਜ ਦੀ ਦਿਵ ਦ੍ਰਿਸ਼ਟੀ ਪੈਂਦੀ ਸੀ, ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਸੀ। ਕਿਉਂਕਿ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੈ, ਉਹਨਾਂ ਦੀ ਦ੍ਰਿਸ਼ਟੀ 'ਚ ਅੰਮ੍ਰਿਤ ਹੈ। ਚਰਨ ਰੱਖ ਦੇਣ ਉੱਥੇ ਹਰ, ਕਿਉਂਕਿ ਉਹ ਹੈ ਹੀ ਅੰਮ੍ਰਿਤ ਸਰੂਪ। ਇਸ ਵਾਸਤੇ ਸੰਗਤ ਤੇ ਏਡੀ ਵੱਡੀ ਬਖਸ਼ਿਸ਼ ਕਰਦੇ ਸੀ। ਕੋੜਿਆਂ ਦੇ ਕੋੜ ਦੂਰ ਹੁੰਦੇ ਸੀ। ਕੋੜਿਆਂ ਲਈ ਬਸਤੀ ਵਸਾਈ, ਉਹਦਾ ਨਾਂ ਰੱਖਿਆ ਨਿਮਾਣਿਆਂ ਦੀ ਬਸਤੀ। ਇਹ ਨਹੀਂ ਕਿਹਾ ਕੋੜਿਆਂ ਦੀ ਬਸਤੀ, ਉਹਨਾਂ ਦਾ ਵੀ ਦਿਲ ਨਹੀਂ ਦਿਖਾਇਆ। ਇਹ ਬਸ ਨਹੀਂ ਨਾ ਕਿਸੇ, ਕਿਸੇ ਨੂੰ ਵੀ ਕੋਈ ਭੈੜਾ ਭਿਅੰਕਰ ਰੋਗ ਲੱਗ ਸਕਦਾ ਹੈ। ਵੱਡੇ ਪੁਰਸ਼ਾਂ ਵਿੱਚ ਖੇਮਾ ਹੁੰਦੀ ਹੈ, ਦਇਆ ਵਾਲਾ ਭਾਵ ਹੁੰਦਾ ਹੈ। ਦਇਆ ਕਰਨ, ਦੁੱਖ ਹਰਨ, ਉਚਰਨ ਨਾਮ ਕੀਰਤਨ, ਦਇਆ ਕਰਦੇ। ਦਇਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨਾ ਮਾਇਆ। ਕਿਰਪਾ ਕਰਦੇ ਸੀ। ਨਿਮਾਣਿਆਂ ਦੀ ਬਸਤੀ। ਕੋਈ ਚਾਹੁੰਦਾ ਮੇਰੇ ਨਗਰ ਵਿੱਚ ਕੋੜਾ ਰਹੇ, ਸਾਡੇ ਗੁਆਂਢ ਕੋੜਾ ਵਸੇ। ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਕਿਤਨਾ ਵਿਸ਼ਾਲ ਮਹਾਰਾਜ ਦਾ ਹਿਰਦਾ ਹੈ। ਫਿਰ ਉਹਨਾਂ ਦਾ ਖਾਣ ਪੀਣ ਪਹਿਨਣ ਦੁਆ ਦਾਰੂ ਸਾਰਾ ਇੰਤਜ਼ਾਮ ਵੀ ਕਰਦੇ ਸੀ। ਕਿਰਪਾ ਕਰਕੇ ਉਹਨਾਂ ਦੇ ਰੋਗ ਦੂਰ ਕਰਦੇ ਸੀ। ਜਦੋਂ ਮਹਾਰਾਜ ਸ਼ਹੀਦੀ ਦੇਣ ਲਈ ਭਾਈ ਜੇਠਾ ਪੁਰਾਣਾ ਬੇਦੀ ਚੰਦ ਪੈੜਾ ਲੰਗਾ ਨੂੰ ਨਾਲ ਲੈ ਕੇ ਲਾਹੌਰ ਵੱਲ ਜਾਣ ਲੱਗੇ, ਸਾਰੇ ਘੋੜੇ ਇਕੱਠੇ ਹੋ ਕੇ ਆ ਗਏ। ਮਹਾਰਾਜ ਅੱਗੇ ਤਾਂ ਆਪ ਜੀ ਕਿਰਪਾ ਕਰਦੇ ਸੀ, ਹੁਣ ਅਸੀਂ ਕਿੱਥੇ ਜਾਵਾਂਗੇ। ਮਹਾਰਾਜ ਕਹਿੰਦੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਲਾ ਸਦਾ ਹੀ ਵਰਤਦੀ ਰਹੂਗੀ। ਇਹਦਾ ਨਾਂ ਰੱਖਿਆ ਤਰਨ ਤਾਰਨ। ਪਾਪੀਆਂ ਨੂੰ ਤਾਰਨ ਵਾਸਤੇ ਇਹ ਤਰਨ ਜਹਾਜ਼ ਰੂਪ ਹੈ। ਜਿਹੜਾ ਇੱਥੇ 12/14 ਸ੍ਰੀ ਤਰਨਤਾਰਨ ਸਾਹਿਬ ਸਰੋਵਰ ਇਸ਼ਨਾਨ ਕਰੇਗਾ, ਇਹ 12 ਅਮਾਵਸ ਦੁੱਖ ਭੰਜਨੀ ਬੇਰੀ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਸਰੋਵਰ ਇਸ਼ਨਾਨ ਕਰੇਗਾ, ਉਹਦਾ ਕੋਡ ਨਹੀਂ ਰਹੂਗਾ। ਗੱਜ ਕੇ ਬੋਲੋ ਬਚਨ ਦੇ ਗਏ। ਅੱਜ ਵੀ ਕਲਾ ਵਰਤ ਰਹੀ, ਅੱਜ ਵੀ ਉਹ ਬਸਤੀ ਉੱਥੇ ਹੈ, ਕਿਉਂ ਮਹਾਰਾਜ ਦੀ ਸ਼ਕਤੀ ਤੇ ਸਦਾ ਹੀ ਹੈ। ਹਰ ਵੇ ਦਿਆਲੂ, ਕੋਈ ਬੰਦਾ ਪਾਪੀ ਨੂੰ ਬਖਸ਼ਦਾ ਨਹੀਂ। ਇਹ ਮਹਾਰਾਜ ਵਿੱਚ ਖਿਮਾ, ਕਿੱਡੇ 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 ਪਾਪੀ ਆ ਜਾਂਦੇ ਆ, ਉਹ ਅਪਰਾਧੀ ਗੁਨਹਗਾਰ ਬੇਮੁਖ ਮੁਖ ਹੁੰਦਾ।
ਬਖਸ਼ਦੇ ਆ ਲੱਖ ਚੋਰੀਆਂ ਲੱਖ ਜਾਰੀਆਂ, ਲੱਖ ਕੂੜੀਆਂ ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨ ਸਿੱਜੀ ਨਾਲ। ਪਰ ਜਿਹੜਾ ਆ ਕੇ ਮਹਾਰਾਜ ਚਰਨ 'ਚ ਭੁੱਲ ਮੰਗ ਲੈਂਦਾ ਨਾ, ਮਹਾਰਾਜ ਬਖਸ਼ ਲੈਂਦੇ। ਸ਼੍ਰੀ ਰਾਮ ਚੰਦਰ ਜੀ ਨੂੰ ਲਛਮਣ ਜੀ ਕਹਿਣ ਲੱਗੇ, ਮਹਾਰਾਜ ਬੜੇ ਬੜੇ ਪਾਪੀ ਆਉਂਦੇ, ਤੁਸੀਂ ਇੱਕਦਮ ਹੀ ਦਿਆਲੂ ਹੋ ਜਾਂਦੇ। ਕਹਿੰਦੇ ਸਾਡਾ ਸੁਭਾਅ ਇਹ ਐਸਾ, ਪਰ ਸੰਗਤ 'ਚ ਸੱਚ ਕਹਿ ਦੇਵੇ ਕਿ ਮੈਂ ਪਾਪ ਕੀਤਾ, ਉਹ ਬਖਸ਼ਿਆ ਜਾਂਦਾ। ਤੇ ਜੇ ਸੰਗਤ ਝੂਠ ਬੋਲੇ, ਉਹ ਪਾਪ ਡਬਲ ਬਣ ਜਾਂਦਾ, ਬਜਰ ਪਾਪ ਬਣ ਜਾਂਦਾ। ਸੋ ਇਸ ਵਾਸਤੇ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕੈਸੀ ਕਿਰਪਾ ਸਦਾ ਵਾਸਤੇ ਕਰ ਗਏ, ਅੱਜ ਵੀ ਕਰੀ ਜਾਂਦੇ। ਇਹ ਗੁਰੂ ਦਰਬਾਰ ਵਿੱਚ ਆਏ ਆ, ਧੰਨ ਕਲਗੀਆਂ ਵਾਲੇ ਪਾਤਸ਼ਾਹ। ਬਾਕੀ ਦੁਨੀਆ ਦੇ ਗਦੀਆਂ ਬਹੁਤ ਚੱਲੀਆਂ, ਪਰ ਇੱਕ ਪੈਗੰਬਰ ਤੋਂ ਬਾਅਦ ਦੂਜਾ ਪੈਗੰਬਰ ਨਹੀਂ ਹੋਇਆ। ਉਹ ਸਤਿਕਾਰਯੋਗ ਹੈ ਜਿਹੜੇ ਅਵਤਾਰ ਹੋਏ ਹੈ, ਨਿੰਦਾ ਨਹੀਂ, ਪਰ ਉਹਨਾਂ ਦੀ ਜਗ੍ਹਾ ਦੂਜਾ ਨਹੀਂ। ਧੰਨ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦੀ ਗੱਦੀ ਤੇ ਮਹਾਰਾਜ ਦੇ 9 ਜਾਨਸ਼ੀਨ 9 ਨਾਨਕ ਹੋਏ, ਫਿਰ ਇਹ ਗੱਦੀ ਮਹਾਰਾਜ ਦੀ ਅੱਜ ਵੀ ਜੋ ਜੋ ਅਟਲ ਚੱਲ ਰਹੀ। 10ਵੇਂ ਪਾਤਸ਼ਾਹ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ 5 ਪਿਆਰੇ ਤਾਬਿਆ ਕਰਕੇ ਗੱਦੀ ਦੇ ਦਿੱਤੀ। ਜੋਗੋ ਜੋਗ ਅਟਲ, ਇਹ ਮਹਾਰਾਜ ਦੀ ਗੱਦੀ ਅੱਜ ਵੀ ਚੱਲ ਰਹੀ, ਚੱਲਦੀ ਰਹਿਣੀ। ਜੁਗ ਜੁਗ ਪੀੜ੍ਹੀ ਸਤਿਗੁਰੂ ਚੱਲਦੀ, ਇਹ ਜੁਗਾਂ ਜੁਗਾਂ ਦੀ ਪੀੜ੍ਹੀ। ਤੇ ਦੇਖ ਲਓ, ਬਾਕੀ ਬੜੇ ਬੜੇ ਪੈਗੰਬਰਾਂ ਦੇ ਨਾਂ ਲੈ ਲਓ, ਉਹਨਾਂ ਦੀ ਜਗ੍ਹਾ ਦੂਜਾ ਪੈਗੰਬਰ ਤਾਂ ਨਹੀਂ ਹੋਇਆ। ਤੇ ਮਹਾਰਾਜ ਨੇ ਕੈਸੀ ਕਿਰਪਾ ਕੀਤੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਹਰੇ ਲਿਖਿਆ ਹੁੰਦਾ, ਜੁਗੋ ਜੁਗ ਅਟਲ, ਗੁਰਤਾ ਗੱਦੀ ਦੇ ਮਾਲਕ ਸ਼ਬਦ ਨੂੰ। ਕਿਉਂਕਿ ਸ਼ਬਦ ਸਾਚਾ, ਪਿੰਡ ਕਾਚਾ। ਪਿੰਡ ਸਰੀਰ ਤਾਂ ਕੱਚਾ ਨਾ, ਕਿਆ ਪਰਵਾਸਾ ਇਸ ਭਾਂਡੇ ਕਾ, ਕਿਤਨਾ ਕੁ ਲਾਗੇ ਠਣਕਾ। ਜਿਵੇਂ ਘੜੇ ਨੂੰ ਠੋਲਾ ਲੱਗ ਜਾ ਨਾ, ਟੁੱਟ ਜਾਂਦਾ। ਇਹ ਸਰੀਰ ਤਾਂ ਐਵੇਂ ਹੀ ਆ, ਅੱਜ ਹੈਗੇ ਕੱਲ੍ਹ ਨਹੀਂ, ਪਰ ਸ਼ਬਦ ਸੱਚਾ। ਇਹ ਸੱਚਾ, ਇਹ ਸਦਾ ਰਹਿਣ ਵਾਲਾ। ਕਿੱਡੀ ਦੂਰ ਅੰਦੇਸ਼ੀ ਦੇ ਨਾਲ 10ਵੇਂ ਗੁਰੂ ਜੀ ਇਹ ਕਿਰਪਾ ਕਰਕੇ ਗਏ। ਤੇ ਜੇ ਨਾ ਕਰਦੇ, ਕਈਆਂ ਨੇ ਗੁਰੂ ਬਣ ਬਹਿ ਜਾਣਾ ਸੀ, ਤੇ ਸੰਗਤ ਨੂੰ ਭੰਬਲ ਭੂਸੇ ਪਾਈ ਜਾਣਾ ਸੀ, ਆਪੋ ਆਪਣੇ ਢੰਗ ਰੰਗ ਚਲਾਈ ਜਾਣੇ ਸੀ। ਤੇ ਮਹਾਰਾਜ ਕਿੱਡੀ ਦੀਰਘ ਦ੍ਰਿਸ਼ਟੀ ਨਾਲ ਸੋਚ ਕੇ ਆਪ ਤ੍ਰੈ ਕਾਲ ਦਰਸ਼ੀ ਸੀ, ਕਿਰਪਾ ਕਰਕੇ ਗਏ ਆ। ਸੋ ਸਤਿਗੁਰਾਂ ਦੀ ਪਾਵਨ ਬਾਣੀ ਵਿੱਚੋਂ ਭਗਤ ਬਾਣੀ, ਜਿਨ੍ਹਾਂ ਭਗਤਾਂ ਦਾ ਕੋਈ ਪਰਛਾਵਾਂ ਲੈਣ ਨੂੰ ਤਿਆਰ ਨਾ ਸੀ, ਤੇ ਮਹਾਰਾਜ ਨੇ ਉਹਨਾਂ ਨੂੰ ਇਹ ਸਨਮਾਨ ਬਖਸ਼ਿਆ, ਕਿਰਪਾ ਕੀਤੀ। ਇਹ ਨਹੀਂ ਦੇਖਿਆ ਕਿ ਉਹ ਰਾਮ ਕ੍ਰਿਸ਼ਨ ਜੀ ਦੇ ਚੇਲੇ ਸੀ, ਉਹ ਮੁਹੰਮਦ ਦੇ ਚੇਲੇ ਸੀ। ਜਿੱਥੇ ਵੀ ਸੱਚਾਈ ਸੀ, ਕਿਰਪਾ ਕੀਤੀ। ਹੁਣ ਸੂਰਦਾਸ ਲੈ ਲਓ, ਛਾੜ ਮਨ ਹਰ ਬਮੁਖ ਨੂੰ ਕੋ ਸੰਗ। ਬਾਕੀ ਸ਼ਬਦ ਨਹੀਂ, ਕੋਈ ਪੰਕਤੀ ਲੈ ਲਈ ਹੈ। ਕਿਰਪਾ ਕਰਕੇ ਰਣ ਝੁੰਝਣ ਡਾ ਗਾਓ ਸਖੀ, ਬੰਨੂ ਵਾਲੀ ਬੀੜੀ 'ਚ ਪੂਰੇ ਸ਼ਬਦ ਲਿਖੇ। ਪਰ ਮਹਾਰਾਜ ਦੀ ਕਸਵੱਟੀ ਦੇ ਜੇ ਇੱਕ ਪੰਕਤੀ ਸਹੀ ਸੀ, ਉਹਨੂੰ ਵੀ ਸਨਮਾਨ ਦੇ ਦਿੱਤਾ। ਕੈਸੀ ਮਹਾਰਾਜ ਦੀ ਦੀਰਘ ਦ੍ਰਿਸ਼ਟੀ ਹੈ। ਅੱਜ ਭਗਤ ਕਬੀਰ ਸਾਹਿਬ ਦੀ ਬਾਣੀ ਵਿੱਚੋਂ ਇਹ ਸ਼ਬਦ ਦੀ ਵਿਚਾਰ ਅਸੀਂ ਸੁਣ ਰਹੇ ਹਾਂ।
ਮਨ ਬਿਰਤੀ ਦੀ ਇਕਾਗਰਤਾ ਲਈ, ਰਸਨਾ ਦੀ ਪਵਿੱਤਰਤਾ ਲਈ ਗੱਜ ਵੱਜ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ। ਰਾਗ ਧਨਾਸਰੀ ਹੈ ਤੇ ਭਗਤ ਬਾਣੀ ਵਿੱਚੋਂ ਕਬੀਰ ਜੀ ਦਾ ਸ਼ਬਦ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਪਰਮੇਸ਼ਰ ਜੀ ਇੱਕ ਹਨ ਔਰ ਸਤਿਚਿਤ ਆਨੰਦ ਸਰੂਪ ਹਨ। ਸਤ ਜਿਹਦਾ ਤਿੰਨਾਂ ਕਾਲਾਂ 'ਚ ਨਾਸ ਨਾ ਹੋਵੇ, ਗੁਰ ਚੇਤਨ ਸਰੂਪ, ਪ੍ਰਸਾਦ ਆਨੰਦ ਸਰੂਪ, ਤਥਾ ਸਤਿਗੁਰਾਂ ਦੀ ਪ੍ਰਤਾਪ ਪ੍ਰਸਾਦ, ਉਹਨਾਂ ਦੇ ਪ੍ਰਤਾਪ, ਉਹਨਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਜਿਹੜਾ ਇੱਕ ਓੰਕਾਰ ਹੈ ਉਹਦੀ ਪ੍ਰਾਪਤੀ ਹੁੰਦੀ ਹੈ। ਪੁਰਾਣੇ ਗ੍ਰੰਥਾਂ ਵਿੱਚ ਓਮ ਜਾਂ ਓਮ ਅੱਖਰ ਆਏ, ਉਹ ਤ੍ਰਿਦਾ ਮੂਰਤੀ ਦਾ ਵਾਚਕ ਸੀ। ਆ ਊ ਮਾ ਮਤਲਬ ਬ੍ਰਹਮਾ ਵਿਸ਼ਨੂੰ ਸ਼ਿਵ ਤਿੰਨਾਂ ਦਾ ਵਾਚਕ। ਉਹ ਭ੍ਰਾਂਤੀ ਦੀ ਨਿਵਰਤੀ ਵਾਸਤੇ ਕਿ ਗੁਰਮਤਿ ਵਿੱਚ ਜਿਹੜਾ ਓਮ ਸ਼ਬਦ ਆ ਇਹ ਤਿੰਨਾਂ ਦੇਵਤਿਆਂ ਦਾ ਵਾਚਕ ਹੈ ਜਾਂ ਕਿ ਅਕਾਲ ਪੁਰਖ ਦਾ, ਇਸ ਵਾਸਤੇ ਮੂਹਰੇ ਏਕਾ ਲਾ ਦਿੱਤਾ। ਏਕਾ ਗੁਰਮੁਖੀ ਦੇ ਗਣਤ ਦਾ ਲਾਇਆ, ਦੂਜਾ ਤਾਂ ਸਿੱਧਾ ਹੀ ਲਿਖਦੇ ਨਾ ਇੰਗਲਿਸ਼ ਵਾਲੇ। ਇਹ ਗੁਰਮੁਖੀ ਦਾ ਏਕਾ ਇਵੇਂ ਲਿਖਿਆ ਜਾਂਦਾ। ਈੜੀ ਨੂੰ ਸਿਆਰੀ ਅਦਕ ਤੇ ਕੱਕਾ ਨਹੀਂ ਪਾਇਆ ਇੱਕ ਲਈ। ਜੇ ਇਉਂ ਪਾ ਦਿੰਦੇ ਇੱਕ ਸਿਹਾਰੀ ਹੋ ਗਈ, ਦੂਜਾ ਅਦਕ, ਤੀਜੀ ਈੜੀ ਤੇ ਚੌਥਾ ਕੱਕਾ, ਚਾਰ ਹਿੱਸੇ ਬਣ ਗਏ ਨਾ। ਏਕਾ ਗਣਤ ਵਿਦਿਆ ਦਾ ਪਾਇਆ ਗੁਰਮੁਖੀ ਕਿ ਜਿਹੜਾ ਉਹ ਰੱਬ ਆ ਉਹਦਾ ਵਿਭਾਗ ਨਹੀਂ ਹੋ ਸਕਦਾ। ਸਾਹਿਬ ਮੇਰਾ ਏਕੋ ਹੈ ਭਾਈ, ਅਖੰਡ ਆ ਉਹ ਇੱਕ ਹੈ। ਓੰਕਾਰ ਮੰਗਲ ਸਰੂਪ, ਪ੍ਰਕਾਸ਼ ਰੂਪ ਔਰ ਪ੍ਰਾਣਾਂ ਨੂੰ ਊਰਧ 10 ਦੁਆਰ ਵੱਲ ਲੈ ਜਾਣ ਵਾਲਾ ਹੈ। ਕਿਉਂਕਿ ਇੱਕ ਪਾਸੇ ਸੰਸਾਰ ਹੈ, ਇੱਕ ਪਾਸੇ ਕਰਤਾਰ ਹੈ। ਸੰਸਾਰ ਦੀ ਜਿਹੜੀ ਖਿੱਚ ਉਹ ਨੀਚੇ ਵੱਲ ਹੈ, ਕਰਤਾਰ ਦੀ ਖਿੱਚ ਉੱਪਰ ਵੱਲ। ਕਿਉਂਕਿ ਜਦੋਂ ਆਪਾਂ ਧਿਆਨ ਕਰਦੇ ਹਾਂ ਬਿਰਤੀ ਉੱਪਰ ਉੱਠਦੀ ਨਾ, ਅਪਾਨ ਬਾਜੂ ਥੱਲੇ ਨੂੰ ਲਿਆਉਂਦੀ ਹੈ, ਸਮਾਨ ਜਿਹੜਾ ਉਹ ਸੰਤੁਲਨ ਰੱਖਦੀ ਹੈ, ਬਿਆਨ ਜਿਹੜੀ ਆ ਉਹ ਹਾਂਜੀ ਘਟਾਉਂਦੀ ਵਧਾਉਂਦੀ ਹੈ। ਤੇ ਇਸੇ ਤਰ੍ਹਾਂ ਜਿਹੜੀ ਉਦਾਨ ਉਹ ਉੱਪਰ ਨੂੰ ਉਠਾਉਂਦੀ ਹੈ। ਇਹ ਸਰੀਰ ਵਿੱਚ ਇਹ ਤਿੰਨ ਦੇਹ ਹਨ, ਇੱਕ ਤਾਂ ਸਥੂਲ ਦੇਹ, ਇਹ ਪੰਜਾਂ ਤੱਤਾਂ ਦੀ, ਇੱਕ ਇਹਦੇ ਅੰਦਰ ਸੂਖਸ਼ਮ ਦੇਹ, ਉਹ 17 ਤੱਤਾਂ ਦੀ, ਇੱਕ ਇਹਦੇ ਅੰਦਰ ਕਾਰਨ, ਉਹ ਗਿਆਨ ਅਵਿਦਿਆ ਦੁਆਰਾ ਹੀ ਹੈ। ਔਰ ਇਸੇ ਤਰ੍ਹਾਂ ਪੰਜ ਕੋਸ਼, ਅਨਮੈ, ਮਨੋਮੈ, ਵਿਗਿਆਨਮੈ, ਆਨੰਦਮੈ, ਪ੍ਰਾਣਮੈ। ਤਿੰਨ ਗੁਣ ਹੈਗੇ ਆ ਸਤਵ ਰਜੋ ਤਮੋ। ਇਹਨਾਂ ਪਰਦਿਆਂ ਦੇ ਵਿੱਚ ਆਤਮਾ ਢੱਕੀ ਹੋਈ ਹੈ। ਜਿਵੇਂ ਸੂਰਜ ਹੈ, ਸੂਰਜ ਕਦੇ ਵੀ ਛੁਪਦਾ ਨਹੀਂ, ਬਸ ਧਰਤੀ ਦਾ ਹੇਰ ਫੇਰ ਹੋ ਜਾਂਦਾ। ਕਿਤੇ ਰਾਤ ਹੈ, ਕਿਤੇ ਦੁਪਹਿਰ ਸਿਖਰ ਦਾ ਸੂਰਜ ਚੜ੍ਹਿਆ ਹੋਇਆ, ਸੂਰਜ ਨਹੀਂ ਕਦੀ ਵੀ ਛੁਪਦਾ। ਕਈ ਵਾਰੀ ਦਿਸਦਾ ਨਹੀਂ, ਮੋਹਰੇ ਬੱਦਲ ਆ ਗਏ, ਇਹਦਾ ਮਤਲਬ ਬੱਦਲ ਆ ਗਏ, ਸੂਰਜ ਹੈ ਨਹੀਂ। ਇਸ ਤਰ੍ਹਾਂ ਜਿਹੜੀ ਆਤਮਾ ਸ਼ਕਤੀ ਉਹ ਸਦਾ ਪ੍ਰਕਾਸ਼ ਰੂਪ ਆ, ਉਹਦੇ ਉੱਤੇ
ਪਰਤਾਂ ਆਈਆਂ ਹੋਈਆਂ, ਪੜਦੇ ਆਏ ਹੋਏ ਆ। ਅਤੇ ਜਿਹੜਾ ਅਸੀਂ ਸੰਗਤ ਕਰਦੇ ਹਾਂ, ਸੇਵਾ ਕਰਦੇ ਹਾਂ, ਸਿਮਰਨ ਅਭਿਆਸ ਕਰਦੇ ਹਾਂ, ਜੋ ਕੁਝ ਵੀ ਕਰਦੇ ਹਾਂ, ਕਰਮ ਉਪਾਸ਼ਨਾ ਗਿਆਨ ਵਗੈਰਾ, ਉਹਦੇ ਕਰਨ ਦਾ ਤਾਤਪਰਜ ਇਹ ਹੈ ਕਿ ਸਾਡੀ ਆਤਮਾ ਦੁਆਲੇ ਆਏ ਹੋਏ ਪੜਦੇ ਦੂਰ ਹੋ ਜਾਣ, ਅਸੀਂ ਉਸ ਚੇਤਨ ਆਤਮਾ ਦਾ ਦਿਵ ਦਰਸ਼ਨ ਕਰ ਸਕੀਏ। ਕਈਆਂ ਦੇ ਪਿਛਲੇ ਜਨਮਾਂ ਦੀ ਕਮਾਈ ਹੈ, ਉਹਨਾਂ ਨੂੰ ਛੇਤੀ ਉਪਲਬਧੀ ਪ੍ਰਾਪਤੀ ਹੋ ਜਾਂਦੀ, ਅਤੇ ਕਈਆਂ ਦੇ ਵੀ ਕਰਮ ਜ਼ਿਆਦਾ ਮਿਲੇ ਆ, ਜੇ ਕਹੀਏ ਨਹੀਂ ਪ੍ਰਾਪਤੀ ਉਹਨਾਂ ਨੂੰ ਵੀ ਹੋ ਜਾਂਦੀ ਹੈ, ਮਿਹਨਤ ਕਰਨੀ ਪੈਂਦੀ ਹੈ, ਮਿਹਨਤ ਕਰਨੀ ਪੈਂਦੀ ਹੈ। ਧੰਨ ਧੰਨ ਬਾਬਾ ਵੀਰ ਸਿੰਘ ਜੀ ਰੰਗਾਬਾਦ ਵਾਲੇ ਮਹਾਂਪੁਰਖ, ਬਾਬਾ ਭਾਗ ਸਿੰਘ ਕੁਰੀ ਵਾਲਿਆਂ ਦੀ ਸੰਗਤ ਚਲੇ ਗਏ। ਉੱਥੇ ਫਿਰ ਉਹਨਾਂ ਨੇ ਪੁਰਾਣਾ ਗੜ੍ਹਵਾ ਸੀ ਜਗ੍ਹਾ ਲਿਆ, ਮਾਂਜਣ ਨੂੰ ਦਿੱਤਾ, ਸਾਫ਼ ਕਰੋ, ਸਾਫ਼ ਕੀਤਾ ਅਤੇ ਮੋਰੀਆਂ ਬਣਾ ਹੋ ਜਾਣ ਬੜੇ ਢੰਗ ਨਾਲ। ਫਿਰ ਇੱਕ ਭੇਡੂ ਦੀ ਸੇਵਾ ਦਿੱਤੀ, ਭੇਡੂ ਦੀ ਸੇਵਾ ਕਰਦੇ। ਉਹ ਇੱਕ ਦਿਨ ਐਸੀ ਕੋਈ ਕਲਾ, ਭੇਡੂ ਮਰ ਗਿਆ, ਮਨ 'ਚ ਬੜਾ ਪਈ, ਇਹਦੀ ਸੇਵਾ ਮਿਲੀ ਸੀ, ਇਹਦੇ ਰਿਸ਼ਟ ਪੁਸ਼ਟ ਹੋਣਾ, ਉਹਨੇ ਖੁਸ਼ ਹੋਣਾ ਸੀ, ਅਤੇ ਫਿਰ ਮੇਰੇ 'ਤੇ ਕੋਈ ਬਖਸ਼ਿਸ਼ ਕਰਨੀ ਸੀ। ਅਤੇ ਬੈਠੇ ਅਤੇ ਬਾਬਾ ਭਾਗ ਸਿੰਘ ਜੀ ਆ ਗਿਆ, ਕੀ ਸੋਚ ਰਿਹਾ? ਮਹਾਰਾਜ ਆਪ ਜਾਣੇ ਜਾਣੇ। ਕਹਿੰਦੇ ਕੀ ਐਵੇਂ ਭੇਡੂ ਨਾਲ ਮੋਹ ਪਾ ਕੇ ਬੈਠਾ, ਕੰਨੋਂ ਫੜ ਇਹਨੂੰ। ਉਹ ਫੜਿਆ ਅਤੇ ਉੱਠ ਕੇ ਬਹਿ ਗਿਆ, ਕਲਾ ਦਿਖਾਤੀ। ਫਿਰ ਇੱਕ ਦਿਨ ਕਹਿੰਦੇ ਜਾ ਜੰਗਲ ਵਿੱਚੋਂ ਸੁੱਕਾ ਬਾਲਣ ਲੈ ਕੇ ਆ, ਛੇਤੀ ਆਉਣਾ, ਬਾਕੀ ਸੇਵਾ ਵੀ ਨਿਭਾਉਣੀ। ਜਿਲੇ ਗਏ, ਜੋਗ ਮਾਇਆ ਵਰਤਾ ਦਿੱਤੀ, ਕਿਉਂਕਿ ਕ੍ਰਿਸ਼ਨ ਮਹਾਰਾਜ ਗੀਤਾ ਜੀ ਕਹਿੰਦੇ ਨਾ, ਮਮ ਮਾਇਆ ਦੁਰਤਿਆ, ਮੇਰੀ ਮਾਇਆ ਬੜੀ ਕਠਿਨ ਹੈ। ਅਰਜਨ ਨੇ ਕਹੇ ਮਾਇਆ ਦਿਖਾਓ, ਅਤੇ ਭਰਮ ਚੱਕਰ 'ਚ ਪਾਤਾ ਸੀ। ਮੁਲਤਾਨੀ ਰਾਮ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਕਹਿੰਦਾ ਮਾਇਆ ਦਿਖਾਓ, ਅਤੇ ਮੁਲਤਾਨੀ ਰਾਮ ਵੀ ਭਰਮ 'ਚ ਪੈ ਗਿਆ ਸੀ, ਕਿਉਂ ਉਹਦੀ ਮਾਇਆ ਬੜੀ ਐਸੀ। ਨਗਟੀ ਕੋ ਠਨਗਨ ਬਾਂਡਾ ਡੂ ਕਿਨਹਿ ਬਵੇਕੀ ਕਾਟੀ ਤੂੰ, ਸਗਲਿਆਂ ਕੀ ਹੁਣ ਬਿਆਨ ਭਾਣਜੀ ਜਿਨ੍ਹਾਂ ਮਰੀ ਤੇ ਸਚੇਰੀ। ਇਹ ਬੜੀ ਔਖੀ ਹੈ। ਉਹ ਸਾਧ ਸੰਗਤ ਜੀ ਜਦੋਂ ਗਏ ਨਾ, ਜੰਗਲ 'ਚ ਕਿਤੇ ਸੁੱਕੀ ਲੱਕੜੀ ਨਹੀਂ ਨਜ਼ਰ ਆਉਂਦੀ, ਅਬ ਹਰਾ ਭਰਾ, ਇੰਨੇ ਨੂੰ ਜੀ ਉੱਥੇ ਪਛਰਾ ਨਾਜ ਕਰਨ ਲੱਗ ਪਏ। ਬੜਾ ਡਰਾਮਾ ਸ਼ੁਰੂ ਹੋ ਗਿਆ। ਬਾਬਾ ਜੀ ਨੂੰ ਜਾਣਿਆ ਫਿਰ ਤਾਂ ਮਹਾਂਪੁਰਖਾਂ ਨੇ ਕਲਾ ਖੇਲਤੀ, ਮਾਇਆ ਵਰਤਾਤੀ। ਨਦੀ 'ਚੋਂ ਜਲ ਲੈ ਕੇ ਪੰਜ ਇਸ਼ਨਾਨਾ ਕੀਤਾ, ਇਕਾਗਰ ਮਨ ਹੋ ਕੇ ਅਰਦਾਸ ਕੀਤੀ ਕਿ ਮਹਾਰਾਜ ਅਸੀਂ ਇਸ ਮਾਇਆ ਨੂੰ ਨਹੀਂ ਤਰ ਸਕਦੇ, ਆਪੇ ਹੀ ਕਿਰਪਾ ਕਰੋ। ਅਰਦਾਸ ਕਰਨ ਤੋਂ ਬਾਅਦ ਨੇਤਰ ਖੋਲ੍ਹੇ, ਉੱਥੇ ਉਹ ਸਾਰਾ ਡਰਾਮਾ ਖਤਮ ਹੋ ਗਿਆ। ਸੁੱਕਾ ਜੰਗਲ ਸੁੱਕਾ ਅਤੇ ਹਰਾ ਹਰਾ, ਬਾਲਣ ਲੈ ਕੇ ਆ ਗਿਆ। ਕਹਿਣ ਲੱਗੇ ਦੇਰੀ ਨਾ ਆ। ਕਹਿੰਦੇ ਮਹਾਰਾਜ ਤੁਹਾਡੀ ਮਾਇਆ ਬੜੀ ਪ੍ਰਬਲ ਹੈ। ਕਹਿੰਦੇ ਜਦੋਂ ਤੈਂ ਅਰਦਾਸ ਕੀਤੀ ਫਿਰ ਮਾਇਆ ਕਿੱਥੇ ਗਈ? ਕਹਿੰਦੇ ਸਿੱਖ ਦੀ ਅਰਦਾਸ ਵੀ ਬੜੀ ਪ੍ਰਬਲ ਹੈ। ਗੱਜ ਕੇ ਬੋਲੋ। ਬਿਗਨ ਕੋ ਲਾਗਤਾ ਜਾ ਕੀ ਪ੍ਰਭ ਪਹਿ ਅਰਦਾਸ। ਜਦੋਂ ਤੁਹਾਡਾ ਕੋਈ ਵੀ ਕਾਰਜ ਅੜ ਜਾਏ, ਤੁਸੀਂ ਆਸਮਰੱਥ ਆਸਹਾਏ ਆਪਣੇ ਆਪ ਨੂੰ ਸਮਝੋ ਹੁਣ ਅਸੀਂ ਕੁਝ ਕਰਨ ਜੋਗੇ ਨਹੀਂ ਰਹਿ ਗਏ, ਉਦੋਂ ਫਿਰ ਗੁਰੂ ਮਹਾਰਾਜ ਚਰਨਾਂ ਦਾ ਧਿਆਨ ਕਰਕੇ ਨਾ ਅਰਦਾਸ ਕਰੋ। ਇਹ ਬਿਰਥਾ ਕਦੇ ਨਾ ਹੋਵੇ। ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ।
ਸੋ ਇਸ ਵਾਸਤੇ ਅਰਦਾਸ ਵਿੱਚ ਇਤਨੀ ਵੱਡੀ ਸ਼ਕਤੀ ਹੈ। ਹੁਣ ਜਦੋਂ ਮਹਾਰਾਜਾ ਰਣਜੀਤ ਸਿੰਘ ਤੇ ਹਮਲਾ ਕਰਨਾ ਸੀ, ਅਟਕ ਦਰਿਆ ਚੜ੍ਹਿਆ ਹੋਇਆ ਸੀ, ਕਹਿੰਦੇ ਹੁਣ ਕਿਵੇਂ ਕੀਤਾ ਜਾਏ ਅਰਦਾਸ। ਉਸ ਵੇਲੇ ਬਾਬਾ ਵੀਰ ਸਿੰਘ ਦਰਿਆ 'ਚ ਘੋੜਾ ਲੈ ਕੇ ਖੜ੍ਹ ਗਿਆ, ਸ੍ਰੀ ਜਪਜੀ ਸਾਹਿਬ ਪੜ੍ਹਦੇ ਰਹੇ, ਸਾਰੀ ਸੈਨਾ ਨਿਕਲ ਗਈ, 500 ਪਠਾਨ ਬੇਵਿਸ਼ਵਾਸ ਸਾਰੇ ਰੁੜ ਗਏ। ਉਹਨਾਂ ਗੁਰਸਿੱਖਾਂ ਦੇ ਅੰਦਰ ਬੜਾ ਦ੍ਰਿੜ ਭਰੋਸਾ ਸੀ, ਵਿਸ਼ਵਾਸ ਸੀ। ਅੱਜ ਸਾਡੇ ਵਿੱਚੋਂ ਸਿਦਕ ਦਾ ਪੁਲ ਟੁੱਟ ਗਿਆ, ਭਟਕਦੇ ਫਿਰਦੇ ਹਾਂ। ਤੇ ਜਿਨ੍ਹਾਂ ਦੇ ਮਨ 'ਚ ਅੱਜ ਵੀ ਵਿਸ਼ਵਾਸ ਹੈ, ਗੁਰੂ ਮਹਾਰਾਜ ਅੱਜ ਵੀ ਪ੍ਰਤੱਖ ਹੋ ਕੇ ਵਰਤਦੇ। ਮਹਾਰਾਜ ਦੀ ਕਲਾ ਤਾਂ ਉਨੀ ਕਿੰਨੀ ਹੈ। ਜਦੋਂ ਕਮੀ ਆਈ ਸੇਵਾਦਾਰਾਂ 'ਚ ਆਈ, ਮਹਾਰਾਜ ਦੀ ਕਲਾ ਤਾਂ ਹਮੇਸ਼ਾ ਇੱਕ ਸਾਰ ਹੈ। ਤੇ ਭਗਤ ਕਬੀਰ ਜੀ ਦੀ ਬਾਣੀ ਦੁਆਰਾ ਮੂਲ ਸਿੰਚਨ ਨਿਆਏ ਰੀਤੀ ਦਾ ਮੰਗਲ ਵਸਤੂ ਨਿਰਦੇਸ਼ ਕਥਨ ਕਰਦੇ ਕਿ ਵਾਹਿਗੁਰੂ ਜੀ ਇੱਕ ਹਨ, ਓਮਕਾਰ ਪ੍ਰਕਾਸ਼ ਰੂਪ ਹਨ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਹਨਾਂ ਦੀ ਪ੍ਰਾਪਤੀ ਹੁੰਦੀ ਹੈ। ਸਨਕ ਸਨੰਦ ਮਹੇਸ਼ ਸਮਾਨਾ। ਬ੍ਰਹਮਾ ਜੀ ਨੂੰ ਜਿਹੜੇ ਸ੍ਰਿਸ਼ਟੀ ਪੈਦਾ ਕਰਨ ਦਾ ਹੁਕਮ ਹੋਇਆ ਨਾ, ਫਿਰ ਚਾਰ ਇਹ ਉਹਨਾਂ ਨੇ ਆਪਣੇ ਤਪੋਬਲ ਤੋਂ ਪੁੱਤਰ ਪੈਦਾ ਕੀਤੇ, ਸਨਕ ਸਨੰਦਨ ਸਨਾਤਨ ਸੰਤ ਕੁਮਾਰ। ਇਹ ਬਾਲ ਬ੍ਰਹਮਚਾਰੀ ਰਹਿੰਦੇ, ਇਹਨਾਂ ਤੋਂ ਸੰਤ ਮਤ ਆਰੰਭ ਹੋਇਆ। ਅੱਜ ਕੱਲ੍ਹ ਤਾਂ ਕਹਿੰਦੇ ਨਾ ਵੀ ਲਕੀਰੇ ਫਿਰ ਸੰਤ ਹੋਏ ਹੀ ਨਹੀਂ, ਹੋਇਆ ਹੀ ਨਹੀਂ। ਸੰਤ ਮਤ ਇਹਨਾਂ ਤੋਂ ਆਰੰਭ ਹੋਇਆ। ਸੰਤਾਂ ਦੀ ਪੀੜ੍ਹੀ ਤੇ ਬਹੁਤ ਵੱਡੀ ਲੰਬੀ ਹੈ, ਇਹ ਕੋਈ ਨਵਾਂ ਨਹੀਂ ਦੋਰਿਆ, ਤਾਂ ਬੜਾ ਪੁਰਾਤਨ ਹੈ। ਮਹੇਸ਼ ਸਮਾਨਾ, ਜਿਹੜੇ ਸ਼ਿਵ ਜੀ ਦੇ ਸਮਾਨ ਅੰਤਰ ਬੜੇ ਯੋਗੀ ਹੋਏ ਹਨ। ਸੇਖ ਨਾਗ ਤੇਰੋ ਮਰਮ ਨ ਜਾਨਾ। ਸ਼ੇਸ਼ਨਾਗ, ਗੁਰੂ ਕਿਰਪਾ ਤੋਂ ਬਿਨਾਂ ਅੱਜ ਤੱਕ ਕਿਸੇ ਨੇ ਵੀ ਤੇਰੇ ਮਰਮ ਭੇਦ ਨੂੰ ਨਹੀਂ ਜਾਣਿਆ। ਜਿਹਨੇ ਜਾਣਿਆ ਗੁਰੂ ਦੁਆਰਾ ਜਾਣਿਆ। ਕੁੰਭੇ ਬਦਲਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਗਿਆਨ ਨਹੀਂ ਹੁੰਦਾ। ਤੇ ਜਿਹੜਾ ਨੂਰ ਆਦਮੀ ਗੱਲਾਂ ਬਾਤਾਂ ਤਾਂ ਬਹੁਤ ਕਰਨੀਆਂ ਜਾਣਦਾ ਹੁੰਦਾ, ਪਰ ਉਹਦੀ ਅਵਸਥਾ ਨਹੀਂ ਹੋਈ ਵੀ ਹੁੰਦੀ। ਜਿਹੜਾ ਗੁਰੂ ਵਾਲਾ ਬਚਨ ਘੱਟ ਕਰੂਗਾ, ਜੇ ਕਰੂਗਾ ਤਾਂ ਵਜਨਦਾਰ ਹੋਊਗਾ। ਇਸ ਵਾਸਤੇ ਕਹਿੰਦੇ ਜੇ ਉਹਨਾਂ ਨੇ ਵੀ ਤੇਰਾ ਮਰਮ ਭੇਦ ਜਾਣਿਆ ਤੇ ਗੁਰੂ ਕਿਰਪਾ। ਨਾਰਦ ਜਿਹੜਾ ਸੀ ਉਹ ਵੀ ਇਹਨਾਂ ਦਾ ਭਰਾ ਸੀ। ਇਹ ਉਪਨਿਸ਼ਦਾਂ ਵਿੱਚ ਕਥਾ ਹੁੰਦੀ ਹੈ। ਕਹਿਣ ਲੱਗਾ ਕਿ ਮਹਾਰਾਜ ਮੇਰੇ ਮਨ ਨੂੰ ਸ਼ਾਂਤੀ ਨਹੀਂ, ਮੈਂ 14 ਵਿਦਿਆ ਅਥਵਾ 64 ਪ੍ਰਕਾਰ ਦੀ ਵਿਦਿਆ ਦਾ ਸਾਰਾ ਗਿਆਨ ਰੱਖਦਾ, ਮਨ ਨੂੰ ਸ਼ਾਂਤੀ ਨਹੀਂ। ਸਨਕ ਸਨੰਦਨ ਕਹਿਣ ਲੱਗੇ ਕਿਹੜੀ ਕਿਹੜੀ ਵਿਦਿਆ? ਹੁਣ ਕੱਲੀ ਕੱਲੀ ਦੇ ਸਾਰੇ ਨਾਮ ਦੱਸੇ। ਫਿਰ ਕਹਿਣ ਲੱਗੇ ਤੈਂ ਆਤਮ ਬ੍ਰਹਮ ਵਿਦਿਆ ਤਾਂ ਵਿਚਾਰੀ ਪੜ੍ਹੀ ਨਹੀਂ। ਕਹਿਣ ਲੱਗੇ ਕਿਰਪਾ ਕਰੋ। ਫਿਰ ਉਹਨਾਂ ਨੇ ਇਹਨਾਂ ਨੂੰ ਬ੍ਰਹਮ ਵਿਦਿਆ ਆਤਮ ਵਿਦਿਆ ਦਾ ਉਪਦੇਸ਼ ਦਿੱਤਾ ਸੀ। ਮਹਾਰਾਜ ਵੀ ਕਹਿੰਦੇ ਜਿਨ ਆਤਮ ਤਤ ਨ ਚੀਨਿਆ, ਸਭ ਫੋਕਟ ਧਰਮ ਅਵੇਨਿਆ। ਜੇ ਆਤਮਾ ਤੱਤ ਨੂੰ ਨਹੀਂ ਜਾਣਿਆ, ਭਾਵੇਂ ਜਿੰਨਾ ਕੁਝ ਮਰਜ਼ੀ ਜਾਣ ਲਓ, ਫਿਰ ਵੀ ਤੁਸੀਂ ਅਣਜਾਣ ਆ। ਜਿਸ ਨੇ ਆਤਮਾ ਪਦ ਨੂੰ ਜਾਣ ਲਿਆ, ਉਹਨੇ ਸਾਰਾ ਕੁਝ ਹੀ ਜਾਣ ਲਿਆ। ਕੋਈ ਐਸਾ ਨਹੀਂ ਰਹਿ ਗਿਆ ਜਿਹੜੀ ਚੀਜ਼ ਜਾਣਨ ਤੋਂ ਬਾਕੀ ਰਹਿ ਜਾਏ। ਇਸ ਵਾਸਤੇ ਕਹਿੰਦੇ
ਗੁਰੂ ਕਿਰਪਾ ਤੋਂ ਬਿਨਾਂ ਭਾਵੇਂ ਕਿੱਡਾ ਵੀ ਕੋਈ ਵੱਡਾ ਹੈ, ਚਾਹੇ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਸ਼ੇਸ਼ਨਾਗ, ਗੁਰੂ ਬਖਸ਼ਿਸ਼ ਤੋਂ ਬਿਨਾਂ ਅੱਜ ਤਾਈਂ ਕਿਸੇ ਨੇ ਵੀ ਉਹਦੇ ਮਰਮ ਭੇਦ ਨੂੰ ਨਹੀਂ ਜਾਣਿਆ ਹੈ। ਸੰਤ ਸੰਗਤ RAM ਹਿਰਦੈ ਬਸਾਈ। ਜਦੋਂ ਸੰਤਾਂ ਦੀ ਸੰਗਤ ਕੀਤੀ, ਹੁਣ ਸੰਤ ਦਾ ਮਤਲਬ ਇਹ ਨਹੀਂ ਕਿ ਪਿੰਡੇ ਨੂੰ ਭਭੂਤਾ ਮਲ ਲਿਆ ਜਾਂ ਕੋਈ ਬਹੁਤੀਆਂ ਵੱਡੀਆਂ ਜਟਾਂ ਵਧਾ ਲਈਆਂ ਪੈਰਾਂ 'ਤੇ, ਜਾਂ ਕੋਈ ਹੋਰ ਜਲ ਜਲੋ ਠਾਠਾ ਬਾਗਾ ਕਰ ਲਿਆ। ਸੰਤ ਤਾਂ ਉਸ ਪੁਰਸ਼ ਦਾ ਨਾਂ ਆ ਜਿਹੜਾ ਉਸ ਮਾਲਕ ਨਾਲ ਅਭੇਦ ਹੋਇਆ ਹੋਇਆ ਪੁਰਸ਼। ਸੰਤ ਦਾ ਲੱਛਣ ਕੀਤਾ ਨਾ, ਜਿਨ੍ਹਾਂ ਸਾਸ ਗਰਾਸ ਨਾ ਬਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ। ਅੱਗੇ ਗਿਆਨੀ ਜੀ, ਪੂਰਨ ਸੋਈ ਸੰਤ। ਪੂਰਨ ਸੋਈ ਸੰਤ, ਉਹ ਪੂਰਾ ਸੰਤ। ਸੰਤ ਦਾ ਮਤਲਬ ਹੁੰਦਾ ਤਾ ਮੈਨੇ ਤਮੋ ਗੁਣ ਤਾ ਮਿਸ਼ਰ, ਨਾ ਮੈਨੇ ਨਨਤਵ, ਸਾ ਮੈਨੇ ਹਿਰਦੇ ਦਾ ਸ਼ਾਂਤ ਹੋ ਜਾਓ, ਜਿਹਦੇ ਵਿੱਚੋਂ ਤਮੋ ਰਜੋ ਗੁਣ ਸਤੋ ਗੁਣ ਤਿੰਨਾਂ ਤੋਂ ਮਾਇਆ ਦੇ ਗੁਣਾਂ ਤੋਂ ਉੱਪਰ ਉੱਠ ਕੇ ਤੁਰੀਆ ਪਦ ਵਿੱਚ ਰਹਿਣ ਵਾਲਾ ਪੁਰਸ਼, ਉਹਦਾ ਨਾਮ ਸੰਤ ਹੈ। ਤੇ ਹੁਣ ਤਾਂ ਜਣਾ ਕਣਾ ਹੀ ਪਦ ਵੀ ਲਾ ਲੈਂਦਾ, ਤੇ ਕਈ ਪਹਿਲਾਂ ਲਾ ਲੈਂਦੇ, ਜੇ ਕੋਈ ਆਲੋਚਨਾ ਵਾਲੇ ਆ ਜਾਣ ਫਿਰ ਭਾਈ ਸ਼ਬਦ ਲਾ ਲੈਂਦੇ ਆਪਣੇ ਨਾਲ। ਸਾਨੂੰ ਸੰਤ ਨਾ ਕਹੋ ਜੀ ਭਾਈ ਕਿਹਾ ਕਰੋ, ਵੀ ਭਾਈ ਸ਼ਬਦ ਕਿਹੜਾ ਛੋਟਾ ਹੈ, ਤਾਂ ਉਹਦੇ ਨਾਲੋਂ ਵੀ ਵੱਡਾ ਹੈ। ਭਾਈ ਮੈਨੂੰ ਹੁੰਦਾ ਆ ਗਿਆ, ਭਾਈ ਉਹ ਆ ਜਿਹੜਾ ਗੁਰੂ ਦੀ ਆਗਿਆ ਵਿੱਚ ਪ੍ਰਵਾਨ ਉਤਰਿਆ ਹੋਇਆ ਪੁਰਸ਼। ਉਜਲੇ ਦੇਖਿਆ ਵੀ ਲੋਕ ਤਾਂ ਵੀ ਸੰਤ ਦੀ ਬੜੀ ਆਲੋਚਨਾ ਕਰਦੇ ਆ, ਫਿਰ ਭਾਈ ਕੌਣ ਲੱਗ ਪੈਂਦੇ, ਇਹੋ ਜਿਹੇ ਵੀ ਅੱਜ ਕੱਲ੍ਹ ਬਹੁਤ ਹੈ। ਵੀ ਹੁਣ ਲੋਕ ਕਿਤੇ ਸਾਨੂੰ ਬੁਰਾ ਭਲਾ ਨਾ ਕਹਿਣ, ਕੋਈ ਮਨ ਦੀ ਸਥਿਤੀ ਨਾ ਕੋਈ, ਉਹ ਗਿਰਗਟ ਵਾਂਗੂ ਰੋਜ਼ ਕੋਈ ਨਾ ਕੋਈ ਨਵਾਂ ਹੀ ਰੂਪ ਰੰਗ ਬਦਲਦੇ ਰਹਿੰਦੇ ਆ। ਪਰ ਸਤਿਗੁਰ ਸੱਚੇ ਪਾਤਸ਼ਾਹ ਦੇ ਸੰਤ ਸੰਗਤ, ਸੰਤਾਂ ਦੀ ਜਿਹੜੀ ਸੰਗਤ, ਪੂਰਨ ਪੁਰਖਾਂ ਦੀ ਸੰਗਤ ਹੈ। ਆਰਾਮ ਹਿਰਦੈ ਵਸਾਈ, ਕਿਉਂਕਿ ਸੰਤ ਸਹਾਈ ਜੀ ਕੇ ਭਵ ਜਲ ਤਾਰਨ ਹਾਰ। ਕਿਉਂਕਿ ਸੰਤ ਜਿਹੜੇ ਆ ਉਹ ਰਾਮ ਦੇ ਮਿਲਾਪ ਦੇ ਸਹਾਇਕ ਹੈ। ਕਿਉਂਕਿ ਜਿਹੜੇ ਪਾਸੇ ਕੋਈ ਤੁਰਦਾ ਨਾ, ਉਸ ਮਹਿਕਮੇ ਦੇ ਬੰਦੇ ਦੀ ਸਹਾਇਤਾ ਲੈਣੀ ਪੈਂਦੀ ਹੈ ਨਾ। ਕਨੀ ਕਈ ਇੱਥੇ ਆਉਂਦੇ ਆ, ਤੇ ਜਿਹੜੇ ਉਹ ਇੱਧਰਲੇ ਮਹਿਕਮੇ ਦਾ ਕੰਮ ਕਰਦੇ, ਇਮੀਗ੍ਰੇਸ਼ਨ ਵਾਲਿਆਂ ਦਾ ਜਾਣਾ ਪੈਂਦਾ ਕਿ ਨਹੀਂ ਉਹਨਾਂ ਕੋਲ, ਪੈਂਦਾ ਨਾ। ਸਕੂਲਾਂ 'ਚ ਵੀ ਹੈ, ਅਲਜਬਰਾ ਮੈਥਮੈਟਿਕ ਹੈ, ਇੰਗਲਿਸ਼ ਹੈ, ਜਿਓਗ੍ਰਾਫੀ ਹੈ, ਜਾਂ ਸਾਇੰਸ ਕੈਮਿਸਟਰੀ ਵਗੈਰਾ ਜੋ ਵੀ ਹੈ, ਉਹਦਾ ਗਿਆਨ ਲੈਣਾ ਤੇ ਆਪਾਂ ਨੂੰ ਉਹਨਾਂ ਉਸਤਾਦਾਂ ਕੋਲ ਜਾਣਾ ਪਏਗਾ ਕਿ ਨਹੀਂ। ਮਕੈਨੀਕਲ, ਹੁਣ ਡਰਾਈਵਰੀ ਸਿੱਖਣ ਵਾਸਤੇ ਵੀ ਤਾਂ ਕੋਈ ਕਰਨਾ ਹੀ ਪਏਗਾ ਨਾ, ਸਿੱਧਾ ਤੇ ਸਟੀਅਰਿੰਗ ਨਹੀਂ ਨਾ ਫੜ ਹੁੰਦਾ। ਇਸੇ ਤਰ੍ਹਾਂ ਕਿਸੇ ਰਾਜਨੀਤਿਕ, ਜੇ ਰਾਜਨੀਤੀ ਦੇ ਪਿੜ ਜਾਣਾ, ਕਿਸੇ ਰਾਜਨੀਤੀ ਦੇ ਪੁਰਖ ਦੀ ਸੰਗਤ ਕਰਨੀ ਪਊਗੀ, ਧਾਕਾ ਦੱਸੂਗਾ ਤਾਂ ਹੀ ਪਤਾ ਲੱਗੂ। ਪਹਿਲਵਾਨ ਆ ਜਿਹੜਾ ਦਾਰਾ ਪਹਿਲਵਾਨ ਸੀ ਨਾ, ਇਹਨੂੰ ਸ਼ੌਕ ਹੋ ਗਿਆ ਕਿ ਪਹਿਲਵਾਨ ਬਣਨਾ। ਇਹਦੀ ਮਾਂ ਨੇ ਬੜਾ ਪਦਾਰਥ ਬਣਾ ਖਿਲਾਏ, ਆਪਣੇ ਉਹਦਾ ਬੜਾ ਜੀ ਜਲੇ ਗਿਆ, ਪਹਿਲੀ ਵਾਰੀ ਢਿੱਠ ਗਿਆ। ਮਾਤਾ ਨੂੰ ਕਹਿੰਦਾ ਮਹਾਰਾਜ, ਉਹ ਕਹਿੰਦੀ ਤੈਂ ਦਾ ਸਾਰਾ ਖਾਧਾ ਹੋਇਆ ਹਰਾਮ ਕਰ ਦਿੱਤਾ। ਬੜਾ ਸ਼ਰਮਿੰਦਾ ਜਿਹਾ ਹੋਇਆ। ਉਹ ਕਹਿੰਦੀ ਤੇਰਾ ਉਸਤਾਦ ਹੈ ਨਹੀਂ ਕੋਈ, ਨਿਰੀਆਂ ਖੁਰਾਕਾਂ ਖਾ ਕੇ, ਪੱਟਾਂ ਦੀਆਂ ਗੁੱਲੀਆਂ ਦੇਖ ਕੇ ਪਹਿਲਵਾਨ ਨਹੀਂ ਬਣੇ ਜਾਂਦਾ ਹੁੰਦਾ, ਉਸਤਾਦ ਬਣਾਉਣਾ ਪਊਗਾ। ਫਿਰ ਉਸਤਾਦ ਹੋ ਗਿਆ ਅੱਗੇ ਅੱਗੋਂ, ਹਾਂਜੀ
ਉਹ ਕਹਿੰਦਾ ਵੀ ਭਲਵਾਨੀ ਤਾਂ ਕਰਨੀ ਹੈ, ਲਗੋਟਾ ਕੱਸ ਕੇ ਬੰਨਣਾ ਪਊਗਾ। ਕਹਿੰਦਾ ਜੀ ਲਗੋਟਾ ਵੀ ਕੱਸ ਕੇ ਬਣੇ, ਕੈਂਚ ਵੀ ਪਾਈ ਹੋਈ ਹੈ। ਕਹਿੰਦੇ ਇਹ ਨਹੀਂ, ਜਤ ਸਤ ਦਾ ਲਗੋਟਾ ਲਾਉਣਾ ਪੈਣਾ, ਬ੍ਰਹਮਚਾਰੀ ਹੋਣਾ ਪੈਣਾ। ਬ੍ਰਹਮਚਰ ਦੇ ਬਲ ਬਿਨਾਂ ਭਲਵਾਨੀ ਨਹੀਂ ਹੋਣੀ। ਇੰਦਰੀਆਂ ਮਨ ਬੁੱਧੀ ਨੂੰ ਕਾਬੂ ਕਰਨਾ ਪੈਣਾ। ਫਿਰ ਤੈਨੂੰ ਦਾ ਕਾ ਦੱਸੂਗਾ ਐਕਸਰਸਾਈਜ਼ਾਂ ਕਰਨੀਆਂ। ਬਹੁਤੀ ਖੁਰਾਕ ਵੀ ਸਰੀਰ ਨੂੰ ਪਾੜ ਦਿੰਦੀ ਹੈ। ਮਨ ਵਿੱਚ ਵਿਸ਼ੇ ਵਿਕਾਰ ਪੈਦਾ ਕਰਕੇ ਰੋੜ ਦਿੰਦੀ ਹੈ। ਖੁਰਾਕਾਂ ਹਜਮ ਕਰਨੀਆਂ ਸੌਖੀਆਂ ਹੁੰਦੀਆਂ, ਤੇ ਮਾਰ ਮਾਰ ਕੇ ਅੱਡੀਆਂ ਛੰਬੜੀਆਂ ਦੇੜ ਦਿੰਦੇ ਆ। ਮਿੱਟੀ 'ਚ ਮਿੱਟੀ ਬਣਨਾ ਪੈਂਦਾ, ਫਿਰ ਭਲਵਾਨੀਆਂ ਹੁੰਦੀਆਂ। ਸਰੀਰਕ ਬਲ ਪੈਦਾ ਕਰਨ ਵਾਸਤੇ, ਅਖਾੜੇ ਜਿੱਤਣ ਵਾਸਤੇ, ਹੋਂ ਗੁਸਾਈ ਦਾ ਪਹਿਲ ਬਣੜਾ, ਮੈਂ ਗੁਰਮਿਲ ਉਚਿਤ ਮਾਲੜਾ। ਫਿਰ ਸਾਧ ਸੰਗ 'ਚ ਬਾਜ਼ੀਆਂ ਜਿੱਤੀਆਂ ਜਾਂਦੀਆਂ। ਅਤੇ ਜਿਹੜੀ ਮਨ ਦੀ ਪਹਿਲਵਾਨੀ ਹੈ, ਪੰਜਾਂ ਬਕਾਰਾਂ ਨਾਲ ਹਰ ਵੇਲੇ ਕੁਸ਼ਤੀ ਚੱਲਦੀ ਹੈ। ਕਾਮ ਨਾ ਵਿਸਰੋ, ਕ੍ਰੋਧ ਨਾ ਵਿਸਰੋ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਕਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ। ਜਿੰਨਾ ਚਿਰ ਬਕਾਰ ਨਹੀਂ ਛੱਡੇ ਨਾ, ਤੇ ਸਾਰਾ ਕੁਛ ਸੁਆਹ ਬਣ ਜਾਂਦਾ। ਇਸ ਵਾਸਤੇ ਉਸਤਾਦ ਤੋਂ ਬਿਨਾਂ, ਚੰਗੇ ਪੁਰਖਾਂ ਦੀ ਸੰਗਤ ਤੋਂ ਬਿਨਾਂ ਕਿਸੇ ਪਾਸੇ ਵੀ ਕਾਮਯਾਬੀ ਨਹੀਂ। ਸੰਤ ਸੰਗਤ, ਸੰਤਾਂ ਦੀ ਸੰਗਤ। ਜੇ ਤੁਸੀਂ ਅਧਿਆਤਮਵਾਦ ਵਿੱਚ ਇਹਨਾਂ ਪੰਜਾਂ ਵਿਕਾਰਾਂ 'ਤੇ ਕਾਬੂ ਪਾਉਣਾ, ਆਤਮਾ ਗਿਆਨ ਦੀ ਪ੍ਰਾਪਤੀ ਕਰਨੀ ਹੈ, ਕਿ ਪਹੁੰਚੇ ਹੋਏ ਜਿਹੜੇ ਸੰਤ ਸੰਗਤ, ਉਹਨਾਂ ਦੀ ਜਿਹੜੀ ਸੰਗਤ ਕਰਨੀ ਪੈਣੀ ਹੈ। ਫਿਰ ਜਿਵੇਂ ਉਹ ਓਕੇਸ਼ਨਾਂ ਦਿੰਦੇ ਆ, ਉਹਦੇ ਮੁਤਾਬਕ ਚੱਲਣਾ ਪਊਗਾ। ਫਿਰ ਕਸਵੱਟੀ ਵੀ ਲੱਗਣੀ ਹੈ। ਫਿਰ ਕਹਿੰਦੇ ਹਿਰਦਾ ਸ਼ੁੱਧ ਹੋਏਗਾ, ਆਰਾਮ ਹਿਰਦੈ ਵਸਾਈ, ਰਮਿਆ ਹੋਇਆ ਰਾਮ, ਉਹਦਾ ਨਾਮ ਫਿਰ ਹਿਰਦੇ 'ਚ ਵਸਦਾ। ਅਤੇ ਭਾਂਡਾ ਮੂੰਹਦਾ ਹੋਵੇ, ਜਿੰਨਾ ਮਰਜ਼ੀ ਮੀਂਹ ਪਈ ਜਾਏ, ਭਰ ਜਾਊਗਾ। ਸਿੱਧਾ ਹੋਊਗਾ ਤਾਂ ਭਰੂਗਾ ਨਾ। ਇਹ ਮਨ ਵੀ ਪੁੱਠਾ ਆ। ਜਿੰਨਾ ਚਿਰ ਸਿੱਧਾ ਨਹੀਂ ਹੁੰਦਾ, ਉਨਾ ਚਿਰ ਜਿੰਨਾ ਮਰਜ਼ੀ ਗਿਆਨ ਧਿਆਨ ਸੁਣਾਈ ਚਲੋ, ਗੱਲ ਨਹੀਂ ਬਣਨੀ। ਦਾਦੂ ਭਗਤ ਹੋਏ ਨਾ, ਬੜੇ ਮਸ਼ਹੂਰ ਹੋਏ। ਕਿਸੇ ਦੇ ਮਨ 'ਚ ਇੱਛਾ ਹੋਈ ਕਿ ਮੈਂ ਗੁਰੂ ਧਾਰਨਾ। ਉਹ ਜਾ ਰਿਹਾ ਸੀ, ਰਾਹ 'ਚ ਦਾਦੂ ਹੀ ਮਿਲ ਪਿਆ। ਹੁਣ ਰੰਗ ਰੂਪ ਤੇ ਰੱਬ ਦਾ ਹੀ ਦਿੱਤਾ ਹੁੰਦਾ ਨਾ। ਇਹ ਦੁਨਿਆਵੀ ਚੀਜ਼ਾਂ, ਜਿਹੜਾ ਪਰਮਾਰਥੀ ਗੱਲ ਹੈ ਉਹ ਤਾਂ ਵੱਖਰੀ ਆ। ਉਹਦਾ ਚਿੱਟੀ ਕਾਲੀ ਚਮੜੀ ਨਾਲ ਕੋਈ ਮਤਲਬ ਨਹੀਂ। ਰੰਗ ਤਾਂ ਦੋ ਹੀ ਹੈ ਜਦ। ਪਰ ਆਮ ਬੰਦਾ ਲੱਟੂ ਪੱਟੂ ਹੋ ਜਾਂਦਾ। ਉਹ ਪੁੱਛਿਆ ਮਹਾਰਾਜ ਇੱਥੇ ਦਾਦੂ ਭਗਤ ਕਿੱਥੇ ਹੈ? ਕਹਿਣ ਲੱਗੇ ਉਹ ਗਾਹ ਹੋਣਗੇ। ਉਹ ਕਿਸੇ ਨੇ ਕਿਹਾ ਦਾਦੂ ਤਾਂ ਉਹੀ ਸੀ। ਉਹਨੇ ਜੀ ਉਹਨਾਂ ਦੇ ਦੋ ਫਾਂਟੇ ਜਿਹਾ ਮਾਰ ਦਿੱਤੇ। ਜੇ ਲਿਆ ਤੇ ਦਾਦੂ ਸਾਹਿਬ ਬੈਠੇ, ਕਹਿੰਦੇ ਮੈਂ ਤਾਂ ਇਹਨਾਂ ਦੇ ਚਪੇੜਾ ਮਾਰ ਬੈਠਾ। ਕਹਿੰਦੇ ਮਹਾਰਾਜ ਬਖਸ਼ ਦਿਓ, ਮੈਂ ਤਾਂ ਤੁਹਾਨੂੰ ਗੁਰੂ ਧਾਰਨ ਆਇਆ ਸੀ, ਤੋਂ ਗਿਆਨ ਲੈਣ ਲਈ। ਉਹ ਕਹਿੰਦੇ ਤਾਂ ਕੀ ਹੋ ਗਿਆ? ਕਮਾਰ ਤੋਂ ਤੌੜੀ ਲਈ ਦੀ ਆ, ਉਹ ਵੀ ਟਨਕਾ ਦੇ ਕਿਤੇ ਗਿਰਦੀ ਆ, ਪੱਕੀ ਆ ਕਿ ਕੱਚੀ ਆ? ਤੂੰ ਮੈਨੂੰ ਗੁਰੂ ਬਣਾਉਣਾ ਸੀ, ਟਨਕਾ ਕੇ ਦੇਖ ਲਿਆ ਵੀ ਕੱਚਾ ਕਿ ਪੱਕਾ। ਪਰ ਹੁਣ ਗੱਲ ਆ, ਤੈਂ ਤਾਂ ਟਨਕਾ ਲਿਆ, ਟਨਕਾਉਣਾ ਮੈਂ ਵੀ ਹੈਗਾ ਤੈਨੂੰ। ਗੱਜ ਕੇ ਬੋਲੋ। ਤੂੰ ਤਾਂ ਦੇਖ ਲਿਆ, ਹੁਣ ਅਸੀਂ ਵੀ ਟਨਕਾਉਣਾ ਵੀ ਕੱਚਾ ਕਿ ਪੱਕਾ। ਹੁਣ ਅੱਜ ਕੱਲ੍ਹ ਤਾਂ ਕਹਿੰਦੇ ਅਸੀਂ ਅੰਮ੍ਰਿਤ ਛਕ ਲਿਆ, ਬਸ ਕੰਮ ਨਿਬੜ ਗਿਆ। ਇਹ ਤਾਂ ਤੁਸੀਂ ਗੁਰੂ ਨਾਨਕ ਦੇ ਘਰ ਦਾ ਦਾਖਲਾ ਲਿਆ, ਹਾਲੇ ਤਾਂ ਪੜ੍ਹਾਈ ਸ਼ੁਰੂ ਹੋਣੀ ਆ। ਇਹ ਦਾਖਲਾ ਲਿਆ, ਦਾਖਲਾ। ਇਸ ਭੁੱਲ 'ਚ ਨਾ ਰਹੋ ਵੀ ਮੈਂ ਅੰਮ੍ਰਿਤ ਛਕ ਲਿਆ ਤਾਂ ਕੰਮ ਨਿਬੜ ਗਿਆ। ਇਹ ਦਾਖਲਾ ਲਿਆ ਗੁਰੂ ਨਾਨਕ ਦੇ ਸਾਹਿਬ ਦੇ ਘਰ ਦਾ। ਪੜ੍ਹਾਈ ਹਾਲੇ ਸ਼ੁਰੂ ਹੋਣੀ ਆ। ਫਿਰ ਪ੍ਰੀਖਿਆ ਵੀ ਹੋਣੀ ਆ। ਫਿਰ ਪਰਚੇ 'ਚ ਕੌਣ ਨਿਕਲਦਾ? 9 ਗੁਰੂ ਪਰਖ ਕਰਦੇ ਰਹੇ ਨਾ। ਜਿੱਦਣ 10ਵਾਂ ਆ ਗਿਆ, ਵਿਸਾਖੀ ਦੇ ਨੰਗੀ ਤਲਵਾਰ ਲੈ ਕੇ ਕੇਸਗੜ੍ਹ ਦੀ ਠੇਰੀ ਤੇ 5 ਸਿਰ ਮੰਗਦੀ ਹੈ ਚੰਡੀ। 85,000 ਦਾ ਇਕੱਠ ਸੀ। ਬਸ ਸਨਾਟਾ ਹੀ ਛਾ ਗਿਆ। ਮਸੰਦ ਤਾਂ ਭੱਜੇ ਮਾਤਾ ਜੀ ਕੋਲ। ਮਾਤਾ ਜੀ ਤੁਹਾਡੇ ਪੁੱਤ ਨੂੰ ਚੰਡੀ ਪੁੱਠੀ ਪੈ ਗਈ,
ਸਮਝਾਓ ਵੀ ਅੱਗੇ ਕਿਸੇ ਗੁਰੂ ਨੇ ਕਿਹਦਾ ਵੱਢਣਾ ਸ਼ੁਰੂ ਕਰਨ ਲੱਗੇ ਆ। ਕਹਿੰਦੇ ਮਸੰਦੋ ਤੁਹਾਨੂੰ ਵੀ ਪੁੱਠੀ ਪੈਣੀ ਚੰਡੀ, ਮੇਰੇ ਪੁੱਤ ਨੂੰ ਨਹੀਂ ਪੈਂਦੀ। 85,000 ਚੋਂ 5 ਨਿਕਲੇ। 5 ਜਿਹੜੇ 5 ਨਿਕਲੇ ਉਹ ਫਿਰ 5 ਪ੍ਰਵਾਨ, 5 ਪ੍ਰਧਾਨ, ਪੰਚੇ ਪਵ ਹੈ ਦਰਗ ਹੈ ਮਾਨ, ਪੰਚੇ ਸੋਹ ਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਪੰਜ ਨਾਮ ਹੈ ਸ੍ਰੇਸ਼ਟ ਦਾ, ਉਹਨਾਂ ਦਾ ਇੱਕੋ ਹੀ ਧਿਆਨ ਹੈ। 5 ਪੀਰੀਏ ਨਹੀਂ, ਕਦੀ ਇੱਧਰ ਦੌੜ ਗਿਆ, ਕਦੀ ਇੱਧਰ ਦੌੜ ਗਿਆ, ਤੇ ਅਸੀਂ ਅੰਮ੍ਰਿਤ ਛਕ ਕੇ ਵੀ ਟਿਕਦੇ ਨਹੀਂ। ਕੋਈ ਕਿਤੇ ਭੱਜਾ ਫਿਰਦਾ, ਕੋਈ ਕਿਤੇ ਭੱਜਾ ਫਿਰਦਾ। ਮਨ ਦਾ ਵਿਸ਼ਵਾਸ ਨਹੀਂ। ਸਾਨੂੰ ਜੋ ਭੂਤ ਚਿੰਬੜਿਆ ਹੋਇਆ, ਚੜੇਲ ਚਿੰਬੜੀ ਹੋਈ, ਤੂੰ ਕਹਿੰਦਾ ਅੰਮ੍ਰਿਤ ਛਕਿਆ, 5 ਕਕਾਰ ਧਾਰੇ, ਹਾਲੇ ਵੀ ਭੂਤਾਂ ਚੜੇਲਾਂ ਤੋਂ ਡਰੀ ਜਾਂਦਾ। ਹੁਣ ਇੱਥੇ ਸ਼ੇਰ ਬੈਠਾ ਹੋਵੇ ਤੇ ਕੁੱਤਾ ਅੰਦਰ ਆ ਜਾਊਗਾ? ਆਏਗਾ ਕੁੱਤਾ ਅੰਦਰ? ਨਹੀਂ ਆ ਸਕਦਾ ਨਾ। ਤੇ ਜੇ ਹਿਰਦੇ 'ਚ ਗੁਰੂ ਗੋਬਿੰਦ ਸਿੰਘ ਜੀ ਬਹਿ ਗਏ ਫਿਰ ਭੂਤ ਚੜੇਲ ਆ ਜਾਊ ਉੱਥੇ? ਉਹ ਤਾਂ ਬੈਠਾ ਹੀ ਨਹੀਂ ਅੰਦਰ। ਉਹਨੂੰ ਬਿਠਾਉਣ ਵਾਸਤੇ ਕਰਨਾ ਪੈਣਾ ਕੁਝ। ਦਿਲ ਕਾ ਹੁਜਰਾ ਸਾਫ ਕਰ, ਜਾਨਾ के आने के लिए, ध्यान गैरों का अठा, खुदा को बिठाने के लिए। हाले तक गैर अंदर तेरे बहुत बैठे हुए हैं। इस्त्रियां अंदर पुरुष बैठे आ, पुरुष अंदर इस्त्रियां बैठिया हुई। किसी के अंदर बैरी बैठा होया, किसी के अंदर मित्र बैठा होया, किसी के अंदर राग बैठी है, किसी के अंदर द्वेष बैठी है, किसी के अंदर निंदा बैठी है, किसी के अंदर ईर्खा बैठी हुई है। एक कुछ बैठा होया। रस रूपा, रस होना, रस रूपा, कामन रस, परमल की बास, रस घोड़ा, रस सेजा मंदर, रस मीठा, रस मास, एते रस शरीर के कै घट, नाम निवास। नाम का निवास किथे होवे? अंदर तो तुसीं आ गुरुद्वारे महाराज प्रकाश है ना, एक बार ढोलिया उत्थे की कूड़ादान पिया ना। असीं तां अपने हिरदे नूं कूड़ादान बनाया होया। गुरुद्वारे विच ही है कूड़ादान भी, बाहर पिया कि नहीं? ते अंदर महाराज प्रकाश है। जे तो हिरदे च हो गया बाणी का प्रकाश, फिर तो तुहाडा शरीर बन जू गुरुद्वारा। ते जे बाणी का प्रकाश न है, कूड़ादान है। कूड़ादान थोड़ा कूड़ा कबाड़ा अंदर इकट्ठा करी बैठे हैं। गुरुद्वारे आके भी फलाना इउं करदा ही, फलानी इउं करदे, निंदिया चुगली, झूठ फरेब, हेरा फेरी, बुराई चंगियाई तो बहुत घट लैके जाने, लेकिन लोगों के औगणे देखते रहने। पर इत्थे आके ये मन चों सारा कूड़ा कबाड़ा कढ़ना, जिले हिरदा शुद्ध हो जाऊ, फिर तुहाडे अंदर नाम का बाणी का प्रकाश होएगा। सो सतगुर सच्चे पातशाह कहते संत संगत, जदों संत की संगत, अपने आप संगत करोगे, पुठा करी चलो, सीधा करियो, किसी ने टोकना नहीं। जदों किसी महांपुर को बैठोगे, उन्हें कहना की करदा होए, किधर चलिया? असीं संग च रहे, सानूं पता ना किवें कंन फड़ हुंदे, किवें ताड़ना फड़ना हुंदी है। पहले तो गुस्सा भी बड़ा लगता, बाबे मस्तां को होंदे सी, फिर हौली हौली पहला तो होंदा जी मैनूं ताड़दे आ, मैनूं टोकदे आ, फिर हौली हौली लवे ये टोकदे सही टोकदे, हौली हौली फिर सोझी आ जाती, समझ आ जाती। जदों समझ पै गई, समझ परी तो बिसरियो गावन, फिर गाउणा बजाउणा रौला रप्पा बंद हो जाता। फिर तो बस जदों हुण रागी कीर्तन करते, पहले साज सुर करते ना, जे जोड़ी सुर ना करी, टिप टिप करी जो, जिवें पीपा बजदा, आऊगा स्वाद, कोई ताल बनेगा? बाजा सारंगी अरबाब सुर ना करनगे, गला सुर ना होवे, फिर भी गल नहीं बननी। इस तरह ये मन नूं भी सुर करना पैंदा। सुर उस्ताद द्वारा हुंदा, अपने आप नहीं हुंदा। उल मस्ती जिहा है,
ਸੁਰ ਮੰਡਲ ਇੱਕ ਸਾਜ਼ ਹੈ, ਉਹਦੀ 100 ਤਾਰ ਹੁੰਦੀ ਤੇ ਦਿਖਾਇਆ ਉਹਨੇ ਉਹ ਮੇਜਰਾਬ ਨਾਲ, ਕਹਿੰਦੇ ਬਾਬਾ ਜੀ ਬਸ ਇਹ ਟੱਚ ਕਰਨਾ ਹੀ ਬਸੁਰਾ ਹੋ ਗਿਆ। ਹੁਣ 100 ਤਾਰ ਸੁਰ ਕਰਨੀ ਕਿਤੇ ਸੌਖੀ, ਤੇ ਮਨ ਦੀਆਂ ਤਾਰਾਂ ਪਤਾ ਨਹੀਂ ਕਿੰਨੀਆਂ ਕਿਆ, ਇਹਦਾ ਬਸੁਰਾ ਹੋਇਆ ਪਿਆ, ਕਈ ਕਈ ਜਨਮ ਦਾ ਬਸੁਰਾ ਹੋਇਆ। ਪੂਰਾ ਉਸਤਾਦ ਮਿਲੂਗਾ ਫੇਰ ਸੁਰ ਹੋਣਾ ਇਹ। ਤੇ ਬਸੁਰੇ ਵਿੱਚੋਂ ਰਾਗ ਵੀ ਭੈੜੇ ਹੀ ਨਿਕਲਦੇ ਆ, ਮਨ ਚੋਂ ਕਦੀ ਕੋਈ ਰਾਗ, ਕਦੀ ਕੋਈ ਦਵੈਸ਼, ਕਦੀ ਕੁਛ। ਇੱਕ ਕੁਛ ਆਪੋ ਆਪਣੇ ਮਨਾਂ ਨੂੰ ਝਾਤ ਮਾਰ ਕੇ ਦੇਖ ਲਓ, ਆਪੋ ਆਪਣਾ ਗਿਆਨ ਹਰੇਕ ਨੂੰ ਜ਼ਿਆਦਾ ਹੁੰਦਾ ਦੂਏ ਨਾਲੋਂ, ਪਰ ਅਸੀਂ ਦੂਏ ਨਾਲ ਦੇਖੀ ਜਾਂਦੇ, ਆਪਣੇ ਨਾਲ ਦੇਖਦੇ ਨਹੀਂ। ਜਦੋਂ ਤੁਸੀਂ ਆਪਣੇ ਆਪ ਨੂੰ ਦੇਖਣ ਲੱਗ ਪਏ, ਆਪਣੇ ਔਗਣਾਂ ਨੂੰ ਚੁਣਨ ਲੱਗ ਪਏ, ਸ਼ਾਮ ਨੂੰ ਸੌਣ ਤੋਂ ਪਹਿਲਾਂ ਦੇਖਿਆ ਕਰੋ, ਅੱਜ ਕਿਸੇ ਦਾ ਬੁਰਾ ਤਾਂ ਨਹੀਂ ਕੀਤਾ, ਨਿੰਦਿਆ ਤਾਂ ਨਹੀਂ ਹੋਈ, ਝੂਠ ਤਾਂ ਨਹੀਂ, ਹੇਰਾ ਫੇਰੀ, ਠੱਗੀ ਠੋਰੀ ਤਾਂ ਨਹੀਂ, ਚੋਰੀ ਜਾਰੀ ਬਦਮਾਸ਼ੀ ਤਾਂ ਨਹੀਂ ਕੀਤੀ। ਫਿਰ ਮਹਾਰਾਜ ਅੱਗੇ ਅਰਦਾਸ ਕਰੋ। ਚੌਧਰੀ ਆਏ ਸੀ ਨਾ ਮਹਾਰਾਜ ਕੋ ਕਿ ਮਹਾਰਾਜ ਸਾਡਾ ਭਲਾ ਕਿਵੇਂ, ਰਾਜਨੀਤਿਕ ਬੰਦਿਆਂ ਦਾ। ਕਹਿੰਦੇ ਮੱਸੇ ਵਾਲੇ ਦਿਨ ਆ ਕੇ ਜਿੰਨੇ ਕੰਮ ਕਰਦੇ ਨੇ ਸਾਰੇ ਲਿਖਾਇਆ ਕਰੋ। ਹੁਣ ਚੰਗਾ ਤਾਂ ਬੰਦਾ ਲਿਖਾ ਦੂ, ਤੇ ਬੁਰਾ ਤਾਂ ਸੰਗ 'ਚ ਬਹੁਤ ਔਖਾ। ਵੀ ਲੋਕ ਕਹਿਣਗੇ ਚੌਧਰੀ ਐਡੇ ਵੱਡੇ ਜ਼ਿੰਮੇਵਾਰ ਇਹੋ ਜਿਹੀਆਂ ਕਰਤੂਤਾਂ ਕਰਦੇ ਆ। ਉਹ ਹੌਲੀ ਹੌਲੀ ਮਹਾਰਾਜ ਨੇ ਇਸ ਜੁਗਤੀ ਨਾਲ ਸਾਰੇ ਔਗਣ ਛਡਾ ਦਿੱਤੇ। ਗੱਜ ਕੇ ਬੋਲੋ। ਜੁਗਤੀ ਹੁੰਦੀ ਹੈ, ਕਿਉਂ ਜੁਗਤੀ ਬਿਨਾਂ ਮੁਕਤੀ ਨਹੀਂ ਨਾ ਮਿਲਦੀ। ਉਹ ਤੋਤਾ ਪਿੰਜਰੇ ਹੀ ਸੀ ਨਾ, ਕਹੋ ਗੰਗਾ ਰਾਮਾ ਰਾਮ ਰਾਮ, ਕਹੋ ਮੀਆਂ ਮਿੱਠੂ ਰਾਮ ਰਾਮ। ਸੰਤ ਕਥਾ ਕਰਦੇ ਹੁੰਦੇ ਸੀ, ਸੰਗਤ ਜਾਂਦੀ ਹੁੰਦੀ ਸੀ, ਉਹ ਤੋਤਾ ਬੋਲਣੇ ਸਿਖਾਏ, ਬੋਲ ਲੈਂਦੇ। ਸਾਡੇ ਉੱਥੇ ਤੋਤਾ ਹੁੰਦਾ ਸੀ, ਉਹ ਪ੍ਰੇਮੀ ਹੁੰਦਾ ਸੀ, ਉਹ ਡੇੜੀ ਲਟਕਾਇਆ ਗਏ ਅਸੀਂ, ਕਹਿੰਦੇ ਡੋਰ ਖੋਲੋ ਦੇਖੋ ਬਾਹਰ ਕੌਣ ਆਇਆ। ਕਹਿੰਦੇ ਬਾਬਾ ਜੀ ਦੇਖਿਆ। ਮੈਂ ਕਿਹਾ ਬੰਦਾ ਤਾਂ ਕੋਈ ਨਹੀਂ। ਉਹ ਹੱਸਣ, ਕਹਿੰਦੇ ਤੋਤਾ ਜੀ, ਉਹ ਜਿੰਨ ਸਿਖਾਇਆ ਬਿਲਕੁਲ ਉਹੀ ਬੋਲੀ ਬੋਲੇ। ਇੱਕ ਵਾਰ ਉਹਨਾਂ ਦੇ ਚੋਰ ਆ ਗਏ, ਜਿਹੜੇ ਉਹਨੂੰ ਹਾਂ ਕਰ ਗਏ, ਚੋਰ ਦੌੜ ਗਏ, ਇਹ ਤਾਂ ਜਾਗਦੇ ਆ। ਤੋਤੇ ਨੇ ਚੋਰ ਭਜਾਤੇ, ਸਕਾਲਿਆ ਹੋਇਆ, ਦੇਖੋ ਡੋਰ ਖੜ ਰਹੀ, ਕੌਣ ਹੈ। ਉਹ ਭੱਜ ਗਏ, ਪਰ ਤੇ ਜਾਗਦੇ ਆ, ਉਹ ਸੁੱਤੇ ਹੋ ਸੀ, ਤੋਤੇ ਨੇ ਵਜਾਤਾ। ਸੋ ਇਸ ਤਰ੍ਹਾਂ ਉਹ ਤੋਤਾ ਕਹਿੰਦੇ ਰਾਮ ਰਾਮ ਕਹਿਣਾ ਬੰਧਨ ਟੁੱਟ ਜਾਂਦੇ ਆ, ਮੇਰੇ ਤਾਂ ਟੁੱਟਦੇ ਨਹੀਂ, ਦਿਨ ਰਾਤ ਰਾਮ ਰਾਮ ਕਰਦਾ। ਪਰ ਰਾਮ ਰਾਮ ਦਾ ਫਰਕ ਆ ਨਾ। ਕਬੀਰ ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਇੱਕ ਵਿਚਾਰ, ਸੋਈ ਰਾਮ ਸਭੇ ਕਹੈ ਸੋਈ ਕੌਤਕ ਹਾਰ। ਰਾਮ ਰਾਮ ਸਾਰੇ ਕਰਦੇ, ਚੋਰ ਕੁੱਟ ਤੋਂ ਬਚਣ ਵਾਸਤੇ ਰਾਮ ਦੀ ਸਹੁੰ, ਮੈਂ ਨਹੀਂ ਚੋਰੀ ਕੀਤੀ। ਲਾਲਾ ਜੀ ਤਕੜੀ ਦੀ ਬੋਦੀ ਫੜਦੇ ਆ, ਠੋਲਾ ਮਾਰਦੇ, ਮੈਂ ਘੱਟ ਨਹੀਂ ਤੋਲਦਾ। ਮੰਗਤਾ ਮੁੱਠ ਮੁਠਾਟੇ ਵਾਸਤੇ ਰਾਮ ਰਾਮ ਵੇਚਦਾ ਫਿਰਦਾ। ਪਰ ਰਾਮ ਕਹਿਣ ਮੈਂ ਭੇਦ, ਜਿਵੇਂ ਕਬੀਰ ਨੇ ਰਾਮ ਕਿਹਾ, ਰਵਿਦਾਸ ਨੇ ਕਿਹਾ, ਪ੍ਰਹਲਾਦ ਨੇ ਕਿਹਾ, ਕਿਸ ਢੰਗ ਨਾਲ ਰਾਮ ਜਪੋ ਜੀ ਐਸੇ ਐਸੇ, ਧਰੂਮ ਪ੍ਰਹਲਾਦ ਜਪਿਓ ਹਰ ਜੈਸੇ। ਜੇ ਤਾਂ ਉਹਨਾਂ ਦੇ ਢੰਗ ਨਾਲ ਵਿਆਪਕ ਰੂਪ ਕਰਕੇ ਜਪਾਂਗੇ, ਪਿਤਾ ਰਾਮ ਤੱਤੇ ਥੰਮ ਚੋਂ ਨਰਸਿੰਘ ਪ੍ਰਗਟ ਹੋ ਕੇ ਉਹਦੀ ਰੱਖਿਆ ਲਈ ਖੜਾ ਹੋ ਜਾਂਦਾ। ਕਹਿੰਦੀ ਦੁਨੀਆ ਸਾਰੀ ਆ, ਪਰ ਸਾਡੇ ਲਈ ਨਹੀਂ ਆਉਂਦਾ। ਅਸੀਂ ਪ੍ਰਹਲਾਦ ਨਹੀਂ ਬਣੇ। ਪ੍ਰਹਲਾਦ ਬਣ ਕੇ ਉਸ ਬਿਰਤੀ ਨਾਲ ਜਿਵੇਂ ਉਹਨੇ ਕੀਤਾ ਉਵੇਂ ਕਰੀਏ, ਅੱਜ ਵੀ ਮਹਾਰਾਜ ਪ੍ਰਗਟ ਹੁੰਦੇ। ਗੱਜ ਕੇ ਬੋਲੋ। ਇਸ ਵਾਸਤੇ ਸੰਤਾਂ ਨੂੰ ਬੇਨਤੀ ਕੀਤੀ। ਮਹਾਰਾਜ ਤੋਤੇ ਨੇ ਪ੍ਰਸ਼ਨ ਕੀਤਾ। ਸੰਤ ਕਹਿੰਦੇ ਉਦੋਂ ਚੋਰੀ ਦੇ ਲਾਲਚ ਲਈ ਕਰਦਾ ਤੋਤਾ, ਚੋਰੀ ਪਾਉਂਦੇ ਨਾ ਬਦਾਮ ਵਾਲੀ, ਉਹਨੂੰ ਕਹੋ ਜੀਵਤ ਭਾ ਤੋਂ ਮਰ ਕੇ ਘਰੇ, ਫਿਰ ਤੇਰੇ ਬੰਧਨ ਟੁੱਟ ਜਾਣੇ। ਜਿਹੜੇ ਉਹ ਦੱਸਿਆ ਸੰਗਤ ਨੇ, ਸਾਗੜੀ ਕੇ ਪੈ ਗਿਆ। ਉਹ ਘਰ ਦੇ ਆਂਗੇ ਕੀ ਗੱਲ ਹੋਈ, ਅੱਜ ਬੋਲਦਾ ਹੀ ਨਹੀਂ। ਬਥੇਰਾ ਕਹਿਣ ਕਹੋ ਗੰਗਾ ਰਾਮਾ ਰਾਮ ਰਾਮ, ਕਹੋ ਮੀਆਂ ਮਿੱਠੂ ਰਾਮ ਰਾਮ, ਬੋਲੇ ਹੀ ਨਾ। ਕਿ ਸਲਬਟੀ ਉਹ ਐਂ ਪੇ ਮਰ ਗਿਆ। ਉਹਨੇ ਕਿਹਾ ਵੀ ਮਰਤ ਨਹੀਂ ਗਿਆ ਜਾਂ ਕੀ ਗੱਲ ਹੈ। ਖਿੜਕੀ ਖੋਲੀ, ਕਾਕੇ ਬਾਹਰ ਰੱਖਿਆ, ਸਵਾਸ ਘੜੀ ਸੇ ਹੋਏ ਸੀ। ਜੇ ਲਟੀਰੀ ਜੀ ਅੱਖ ਨਾ ਦੇਖਿਆ ਤੇ ਨੇੜੇ ਨਹੀਂ, ਉਡਾਰੀ ਮਾਰ ਗਿਆ। ਜਾਂਦਾ ਹੋਇਆ ਕਹਿ ਗਿਆ ਰਾਮ ਰਾਮ ਸਤ ਹੈ, ਪਰ ਪੂੰਜੀ ਸੰਤਨ ਹੱਥ। ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਪੂੰਜੀ। ਕੁੰਜੀ ਬਿਨਾਂ ਜੰਦਾ ਨਹੀਂ ਨਾ ਖੁੱਲਦਾ। ਇਸ ਵਾਸਤੇ ਮਹਾਰਾਜ ਕਹਿੰਦੇ ਸੰਤ ਸੰਗਤ, ਸੰਤਾਂ ਦੀ ਸੰਗਤ ਜਿਹੜੀ ਹੈ
ਪੂਰਨ ਪੁਰਖਾਂ ਦੀ, ਗਿਆਨਵਾਨਾਂ ਦੀ ਸੰਗਤ, ਪੂਰਾ ਗੁਰ ਅਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਵੇਖਿਆ ਹੋਏ ਸੰਤ। ਜਿਹਨੂੰ ਅੰਮ੍ਰਿਤ ਦ੍ਰਿਸ਼ਟੀ ਨਾਲ ਦੇਖ ਲੈਂਦੇ ਨਾ, ਉਹਨੂੰ ਸੰਤ ਬਣਾ ਦਿੰਦੇ ਆ। ਸੰਤ ਸੰਗਤ ਰਾਮ ਹਿਰਦੈ ਵਸਾਈ, ਰਮਿਆ ਹੋਇਆ ਰਾਮ ਹਿਰਦੇ ਵਿੱਚ ਵਸਦਾ ਹੈ। ਰਹਾਉ ਵਿਸਰਾਮ ਦੇ ਕੇ ਭਗਤ ਜੀ ਕਹਿੰਦੇ ਹਨ, ਹਨੂਮਾਨ ਸਰ ਗਰੁੜ ਸਮਾਨਾ। ਕਬੀਰ ਜੇ ਮਹਾਨ ਬਣਿਆ, ਜਲਾਹੇ ਤਾਂ ਹੋਰ ਵੀ ਬਹੁਤ ਆ। ਕਬੀਰ ਦਾ ਨਾਂ ਕਿਉਂ? ਕਬੀਰ ਨੂੰ ਸੰਗਤ ਹੋਈ ਸੁਆਮੀ ਰਾਮਾਨੰਦ ਜੀ ਮਹਾਰਾਜ ਦੀ। ਰਾਮਾਨੰਦ ਸੁਆਮੀ ਰਮਤ ਬ੍ਰਹਮ, ਗੁਰ ਕਾ ਸ਼ਬਦ ਕਾਟੈ ਕੋਟ ਕਰ। ਜੇ ਕਬੀਰ ਮਹਾਨ ਬਣਿਆ, ਸੁਆਮੀ ਰਾਮਾਨੰਦ ਜੀ ਸੰਗਤ ਨਾਲ ਮਹਾਨ ਬਣਿਆ। ਰਵਿਦਾਸ ਮਹਾਨ ਬਣਿਆ, ਸੁਆਮੀ ਰਾਮਾਨੰਦ ਜੀ ਸੰਗਤ ਨਾਲ ਮਹਾਨ ਬਣਿਆ। ਭਗਤ ਨਾਮਦੇਵ ਮਹਾਨ ਬਣੇ, ਸੁਆਮੀ ਗਿਆਨੇਸ਼ਵਰ ਦੀ ਸੰਗਤ ਨਾਲ ਮਹਾਨ ਬਣੇ। ਬਾਬਾ ਫਰੀਦ ਮਹਾਨ ਬਣੇ, ਪੀਰ ਮਈਉਦੀਨ ਚਿਸ਼ਤੀ ਦੀ ਸੰਗਤ ਨਾਲ ਮਹਾਨ ਬਣੇ। ਇਸ ਵਾਸਤੇ ਸੰਤ ਸੰਗਤ ਰਾਮ ਹਿਰਦੈ ਵਸਾਈ ਰਹਾਓ। ਹਨੂਮਾਨ ਦੇ ਸਰ ਸਦਰਸ਼, ਗਰੜ ਸਮਾਨਾ ਕੋ ਗਰੜ ਦੇ ਸਮਾਨ, ਸ਼ਕਤੀ ਵਾਲਾ ਬਲ ਵਾਲਾ ਵੀ ਬਣ ਜਾਏ। ਸੁਰਪਤ ਨਰਪਤ ਨਹੀਂ ਗੁਣ ਜਾਨਾ। ਸੁਰਾਂ ਦਾ ਪਤੀ ਇੰਦਰ ਹੋਵੇ, ਚਾਹੇ ਨਰਾਂ ਦਾ ਪਤੀ ਦੇਸ ਦਾ ਰਾਜਾ ਚੱਕਰਵਰਤੀ ਹੋਵੇ, ਇਹਨਾਂ ਨੇ ਵੀ ਉਸ ਗੁਣ ਨੂੰ ਨਹੀਂ ਜਾਣਿਆ ਜਿਸ ਗੁਣ ਨੂੰ ਪੈਦਾ ਕਰਕੇ ਉਸ ਨਿਰੰਕਾਰ ਨੂੰ ਜਾਣਿਆ ਜਾਏ। ਜੇ ਜਾਣਿਆ ਰਾਜਿਆਂ ਚੋਂ ਮਹਾਰਾਜਾ ਪਿਰਥੂ, ਮਹਾਰਾਜਾ ਇਸ਼ਕ ਬਾਕੂ, ਕਿਹੜੇ ਰਾਜੇ ਹੋਏ। ਜਿੱਥੇ ਆਪਣੇ ਆਪ ਦਰਬਾਰ ਸਾਹਿਬ, ਇੱਥੇ ਮਹਾਰਾਜਾ ਇਸ਼ਕ ਬਾਕੂ ਨੇ ਸਤਿਯੁਗ ਜੱਗ ਕੀਤਾ। ਸੂਰਯ ਦਾ ਮਨੂ ਦਾ ਇਸ਼ਕ ਬਾਕੂ ਧਰਮੀ ਰਾਜੇ ਸੀ। ਹੁਣ ਤਾਂ ਵੋਟਾਂ ਦੇ ਰਾਜ ਨੇ, ਉਦੋਂ ਕਮਾਈ ਹੁੰਦੀ ਸੀ, ਕਮਾਈ ਕਰਦੇ ਸੀ। ਜੱਗ ਸੰਪੂਰਨ ਹੋ ਗਿਆ, ਭਗਵਾਨ ਪ੍ਰਗਟ ਹੋ ਗਿਆ। ਮਹਾਰਾਜਾ ਕੀ ਚਾਹੁੰਦੇ? ਕਹਿੰਦੇ ਮਾਰੋ ਕੋਈ ਇੱਛਾ ਨਹੀਂ। ਕਹਿੰਦੇ ਫਿਰ ਵੀ, ਕਹਿੰਦੇ ਆ ਧਰਤੀ ਜਿਹੜੀ ਹੈ ਨਾ ਤੀਰਥ ਬਣ ਜਾ। ਕਹਿੰਦੇ 3 ਯੁੱਗ ਲੋਕ ਜਦੋਂ ਕਲਯੁਗ ਧੰਨ ਗੁਰੂ ਨਾਨਕ ਸਾਹਿਬ ਦਾ ਅਵਤਾਰ ਧਾਰਾਂਗੇ, ਚਰਨ ਪਾਵਾਂਗੇ, ਦੂਸਰੇ ਤੀਸਰੇ ਟੱਪਾ ਲਾਉਣਗੇ, ਚੌਥੇ ਸੇਵਾ, ਪੰਜਵੇਂ ਜਾਮੇ ਸੇਵਾ ਸੰਪੂਰਨ, 6ਵੇਂ ਜਾਮੇ ਆਹ ਕੌਤਕ ਕਰਾਂਗੇ। ਇੱਥੇ ਹਰੀ ਦਾ ਮੰਦਰ ਹੋਊਗਾ, 24 ਘੰਟੇ ਨਾਮ ਬਾਣੀ ਦਾ ਕੀਰਤਨ ਪ੍ਰਵਾਹ ਚੱਲੂਗਾ। ਸਾਰੇ ਤੀਰਥਾਂ ਦਾ ਸ਼੍ਰੋਮਣੀ ਤੀਰਥ ਹੋਏਗਾ ਇਹ। ਗੱਜ ਕੇ ਬੋਲੋ। ਉਹ ਰਾਜੇ ਮਹਾਰਾਜੇ ਸਨ, ਤਪੱਸਵੀ ਲੋਕ ਸੀ, ਕਮਾਈਆਂ ਵਾਲੇ। ਪਰ ਜੇ ਕਹਿੰਦੇ ਚਾਹੇ ਸੁਰਾਂ ਦਾ ਪਤੀ ਬਣ ਜਾ, ਨਰਾਂ ਦਾ ਪਤੀ, ਜੇ ਨਾਮ ਤੋਂ ਖਾਲੀ ਆ ਨਾ, ਉਹ ਪਰਮਾਤਮਾ ਨੂੰ ਮਿਲਣ ਦਾ ਗੁਣ ਨਹੀਂ ਜਾਣ ਸਕਦਾ। ਜੇ ਉਸ ਨੇ ਨਾਮ ਦੀ ਕਮਾਈ ਕੀਤੀ, ਉਹ ਗੁਣ ਧਾਰੇ ਫੇ ਜਾਣ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਗੁਰੂ ਬਿਨਾ ਭਾਵੇਂ ਕਿੱਡਾ ਵੱਡਾ ਸਮਰਾਟ ਬਣ ਜਾਏ, ਸਵਰਗ ਦਾ ਰਾਜਾ ਬਣ ਜਾਏ, ਉਹ ਨਹੀਂ ਜਾਣ ਸਕਦਾ ਹੈ। 4 ਵੇਦ ਅਰ ਸਿਮਰਤ ਪੁਰਾਨਾ। ਗੋਕਲ ਵਿੱਚ ਇੰਦਰ ਦੀ ਪੂਜਾ ਹੁੰਦੀ ਸੀ, ਤੇ ਕ੍ਰਿਸ਼ਨ ਜੀ ਜਿਹੜੇ ਆ ਗਿਆ, ਉਹ ਕਹਿੰਦੇ ਸਰਵ ਧਰਮ ਪਰਿਤਿਆਜ ਮਾਮੇਕ ਸ਼ਰਨ ਬ੍ਰਤ। ਸਾਰੇ ਧਰਮ ਨੂੰ ਕਹਿ ਕੇ ਮੇਰੀ ਸ਼ਰਨ ਗ੍ਰਹਿਣ ਕਰੋ। ਉਹ ਕਹਿੰਦੇ ਮਹਾਰਾਜ ਤੇ ਇੰਦਰ ਦੀ ਪੂਜਾ ਕਰਦੇ ਆ, ਨਾ ਕਰੂ ਰੋੜ ਦਊਗਾ ਸਾਨੂੰ। ਕਹਿੰਦੇ ਨਹੀਂ, ਜਿਹੜੇ ਪੂਜਾ ਨਾ ਕੀਤੀ, ਜਿਉਂ ਵਰਸ਼ਾ ਮੋਸਲੇ ਧਾਰ ਲੱਗੀ। ਇਹ ਕੌਣ ਜੰਮੇ? ਮੇਰੀ ਪੂਜਾ ਬੰਦ ਹੋ ਗਈ। ਕਹਿੰਦੇ ਮਹਾਰਾਜ ਹੁਣ ਤੁਹਾਡਾ ਹੁਕਮ ਮੰਨਿਆ ਤੇ ਸਾਡਾ ਤਾਂ ਰੁੜ। ਉਸ ਵੇਲੇ ਫਿਰ ਰਿਸ਼ੀਕੇਸ਼ ਗੋਵਰਧਨ ਧਾਰੇ, ਗੁਰਮੁਖ ਰਿਸ਼ੀਕੇਸ਼ ਗੋਵਰਧਨ ਧਾਰੇ, ਗੁਰਮਤ ਰਿਸ਼ੀਕੇਸ਼ ਗੋਵਰਧਨ ਧਾਰੇ, ਗੁਰਮਤ ਸਾਇਰ ਪਾਹਣ ਧਾਰੇ। ਗੁਰਮਤ ਨੂੰ, ਗੁਰੂ ਦੀ ਮੱਤ ਨੂੰ ਧਾਰਨ ਕਰਨ ਵਾਲੇ ਰਾਮਚੰਦਰ ਜੀ ਨੇ ਸਮੁੰਦਰ ਦੇ ਉੱਤੇ ਪੱਥਰ ਤਾਰ ਦਿੱਤੇ। ਸਰਬਰ ਪਰ ਗਿਰਬਰ ਤਰੇ, ਜੋ ਤਰਬਰ ਕੇ ਪਾਤ। ਸਮੁੰਦਰ ਤੇ ਪੱਥਰ ਐਂ ਉਤਰ ਗਿਆ ਜਿਵੇਂ ਪੱਤਾ ਤਰਦਾ ਹੁੰਦਾ। ਕਾਹਦੇ ਵੱਲ ਨਾ? ਨਾਮ ਦੇ ਵੱਲ। ਨਾਮ ਦੇ ਵੱਲ ਨਾ ਚੀਚੀ ਉਂਗਲੀ ਤੇ ਗੋਵਰਧਨ ਪਰਬਤ ਚੱਕ ਲਿਆ। ਉੱਥੋਂ ਕ੍ਰਿਸ਼ਨ ਜੀ ਨੂੰ ਗੋਵਰਧਨ ਧਾਰੀ ਕਹਿਣ ਲੱਗ ਪਿਆ। ਗੋਵਰਧਨ ਧਾਰੀ ਕਹਿੰਦੇ ਸਾਰੇ ਗਵਾਲੇ ਗਊਆਂ ਬਛੜੇ ਲੈ ਕੇ ਥੱਲੇ ਆ ਜਾਓ। ਇੰਦਰ 7 ਦਿਨ ਮੀਂਹ ਪਾਈ ਗਿਆ। ਜਿਹੜੇ ਦੇਖਿਆ ਵੀ ਮੇਰੀ ਤਾਂ ਗੱਲ ਬਣੀ ਨਹੀਂ, ਆ ਗਿਆ। ਕਹਿੰਦਾ ਮਹਾਰਾਜ ਮੈਨੂੰ ਨਾ ਪਤਾ ਵੀ ਤੁਸੀਂ ਅਵਤਾਰ ਧਾਰ ਕੇ ਆਏ ਆ। ਫਿਰ ਮਾਫੀ ਮੰਗੀ।
ਭਾਵੇਂ ਇੰਦਰ ਵੀ ਬਣ ਜਾਏ, ਨਰਾਂ ਦਾ ਰਾਜਾ ਵੀ ਬਣ ਜਾਏ, ਪਰ ਜਿੰਨਾ ਚਿਰ ਗੁਰੂ ਉਸਤਾਦ ਨਹੀਂ ਧਾਰਿਆ ਨਾ, ਉਸ ਗੁਣ ਨੂੰ ਨਹੀਂ ਜਾਣਦਾ ਜਿਹਦੇ ਦੁਆਰਾ ਪਰਮਾਤਮਾ ਦੀ ਪ੍ਰਾਪਤੀ ਕੀਤੀ ਜਾ ਸਕੇ। ਤੇ ਆਪਾਂ ਕਿਹੜੇ ਬਾਗ ਦੀ ਮੂਲੀ ਆ? ਇਹ ਵੱਡ ਵੱਡਿਆਂ ਦੇ ਨਾਂ ਗਿਣ ਕੇ ਦੱਸ ਰਹੇ ਹਨ। ਬਿਨਾਂ ਗੁਰੂ ਤੋਂ ਕਿਸੇ ਨੂੰ ਵੀ ਅੱਜ ਤੱਕ ਉਪਲਬਧੀ ਨਹੀਂ ਹੋਈ, ਪਿੱਛੇ ਨਾ ਹੁਣ ਨਾ ਅੱਗੇ ਹੋਏਗੀ। ਗੁਰੂ ਤੋਂ ਬਿਨਾਂ ਗੱਲ ਨਹੀਂ ਬਣਦੀ ਹੁੰਦੀ ਹੈ। ਚਾਰ ਵੇਦ ਅਰ ਸਿਮਰਤ ਪੁਰਾਨਾ। ਚਾਰ ਵੇਦ ਉਹਨਾਂ ਦੇ ਰਿਸ਼ੀ, ਸਿਮਰਤੀਆਂ ਤੇ ਪ੍ਰਾਣ ਉਹਨਾਂ ਦੇ ਜਿਹੜੇ ਬਣਾਉਣ ਵਾਲੇ ਹਨ। ਕਮਲਾ ਪਤ ਕਬਲਾ ਨਹੀਂ ਜਾਣਾ। ਕਮਲਾ ਪਤ, ਕਮਲਾ ਦਾ ਪਤੀ ਵਿਸ਼ਨੂੰ, ਔਰ ਕਹਿੰਦੇ ਉਸ ਨੇ ਜਿਹੜਾ ਆਪਣਾ ਹੈਗਾ ਉਹਨੂੰ ਵੀ ਨਹੀਂ ਜਾਣਿਆ ਹੈ। ਕਮਲਾ ਦਾ ਪਤੀ ਵਿਸ਼ਨੂੰ ਤੇ ਕਬਲਾ ਜਿਹੜੀ ਲక్ష్ਮੀ ਹੈ, ਗੁਰੂ ਉਸਤਾਦ ਤੋਂ ਬਿਨਾਂ ਉਹਨੂੰ ਵੀ ਨਹੀਂ ਜਾਣਿਆ। ਇੱਕ ਵਾਰੀ ਕ੍ਰਿਸ਼ਨ ਜੀ ਆ ਗਏ, ਬੈਠੇ ਸੀ, ਦਰਬਾਸ਼ਾ ਜੀ ਆ ਗਏ ਉਹਨਾਂ ਦੇ ਗੁਰੂ। ਆ ਕਹਿੰਦੇ ਓਏ ਕ੍ਰਿਸ਼ਨ, ਕਹਿੰਦੇ ਹਾਂ ਮਹਾਰਾਜ। ਕਹਿੰਦੇ ਖੀਰ ਬਣਾਓ। ਉਹ ਕਹਿੰਦੇ ਇਹ ਪੌਣਹਾਰੀ ਹੋ ਜਾਂਦੇ ਆ। ਹੁਣ ਗਵਾਲਿਆਂ 'ਚ ਰਹਿੰਦੇ ਸੀ, ਗਊਆਂ ਦੀ ਤਾਂ ਉੱਥੇ ਕਮੀ ਨਾ, ਆਨੰਦ ਬਾਬੇ ਦੇ ਬੜੇ ਬੜੇ ਦੇਗੇ ਬਣਾਤੇ ਖੀਰ ਦੇ। ਕਹਿੰਦੇ ਠੰਡੀ ਕਰੋ, ਠੰਡੀ ਕਰਤੀ। ਕਹਿੰਦੇ ਇਉਂ ਕਰੋ, ਸਭ ਲੀੜੇ ਉਤਾਰ ਦੇ, ਆਪਣੇ ਪਿੰਡੇ ਨੂੰ ਮਲ ਲੈ, ਇਹਨੂੰ ਮਲ ਲਈ। ਰੱਥ ਲਿਆ, ਰੱਥ ਆ ਗਿਆ। ਹਾਂਜੀ, ਕਹਿੰਦੇ ਘੋੜੇ ਜੋੜ ਕੇ ਬਾਗਾਂ ਫੜ ਲਾ ਤੇ ਮੈਨੂੰ ਸਾਰੇ ਰਾਜਧਾਨੀ ਦੀ ਯਾਤਰਾ ਕਰਾ। ਉਹ ਸਾਰੇ ਜਿਹੜੇ ਘੁਮਾਇਆ, ਕਹਿੰਦੇ ਵੀ ਆਹ ਕੀ ਸਵਾਂਗ ਧਾਰਿਆ ਹੋਇਆ ਗੁਰੂ ਚੇਲੇ ਨੇ। ਘੁਮਾ ਘੁਮੂ ਕੇ ਕਹਿੰਦੇ ਚੱਲ ਦੌੜ ਜਾ, ਰੱਥ ਖੜਾ ਕਰ ਦੇ। ਰੱਥ ਰੋਕ ਦਿੱਤਾ। ਮਹਾਰਾਜ ਆ ਗਿਆ, ਦਰਬਾਸ਼ਾ ਜੀ ਆ ਗਿਆ। ਓਏ ਕ੍ਰਿਸ਼ਨ, ਤੂੰ ਖੀਰ ਨਹੀਂ ਮਲੀ? ਕਹਿੰਦੇ ਮਹਾਰਾਜ ਭੁੱਲ ਬਖਸ਼ ਦਿਓ, ਹੁਣ ਮਲ ਲੈਣਾ। ਕਹਿੰਦੇ ਹੁਣ ਕੀ ਮਲਣੀ ਹੈ? ਤੂੰ ਪੈਰਾਂ ਦੀਆਂ ਤਲੀਆਂ ਨੂੰ ਤਾਂ ਮਲੀ ਨਹੀਂ, ਜਾ ਤੇਰੇ ਪੈਰ 'ਚ ਤੀਰ ਵੱਜੂਗਾ, ਫਿਰ ਤੂੰ ਜਾਏਗਾ। ਉੱਥੇ ਦੱਸਿਆ ਵੀ ਗੁਰੂ ਭਾਵੇਂ ਭਗਵਾਨ ਬਣ ਜਾ, ਚੇਲਾ ਭਾਵੇਂ ਭਗਵਾਨ ਬਣ ਜਾਏ, ਗੁਰੂ ਦੇ ਅੰਦਰਲੇ ਭੇਦ ਨੂੰ ਖੇਵ ਨਹੀਂ ਜਾਣਦਾ। ਗੁਰੂ ਇਤਨੀ ਵੱਡੀ ਸ਼ਕਤੀ ਹੈ। ਤਾਂ ਹੀ ਮਹਾਰਾਜ ਨੇ ਕਿਹਾ ਗੁਰ ਈਸਰ ਗੁਰ ਗੋਰਖ ਬਰਮਾ ਪਾਰਵਤੀ ਮਾਈ, ਜੇ ਹੋ ਜਾਣਾ ਅੱਗੇ ਆਖਾ ਨਹੀਂ। ਬੋਲ ਦਿਓ, ਕਹਿਣਾ ਕਥਨ ਨਾ ਜਾਈ, ਗੁਰਾਂ ਇੱਕ ਦੇਹ ਬਜਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਾਡੇ ਘਰਾਂ 'ਚੋਂ ਜਪਜੀ ਸਾਹਿਬ ਚਲ ਗਿਆ, ਰਹਿ ਰਾਹ ਚਲ ਗਈ, ਉੱਠਦੇ ਨਹੀਂ। ਇਹਨਾਂ ਦੇਸਾਂ 'ਚ ਨਹਾਉਂਦੇ ਵੀ ਬਹੁਤੇ ਤਗਾਲਾਂ ਨੂੰ ਹੀ ਹੈ, ਸਵੇਰੇ ਨਹੀਂ ਨਹਾਉਂਦੇ। ਅੰਮ੍ਰਿਤ ਵੇਲੇ ਉੱਠੋ, ਉੱਠ ਕੇ ਕਰਮ ਕਿਰਿਆ ਕਰੋ, ਪਹਿਲਾਂ ਇਸ਼ਨਾਨ ਕਰੋ, ਪੰਜ ਬਾਣੀਆਂ ਪੜ੍ਹੋ, ਮੂਲ ਮੰਤਰ ਗੁਰੂ ਮੰਤਰ ਅਭਿਆਸ ਕਰੋ। ਸ਼ਾਮ ਦਾ ਵੀ ਨਿਤਨੇਮ ਦਾ ਛੱਡੀ ਫਿਰਦੇ ਆ, ਭਾਲਦੇ ਆ ਸਾਰਾ ਕੁਛ ਹੀ ਆ। ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਬਾਕੀ ਦਾ ਕਹਿੰਦੇ ਸਾਰਾ ਕੁਛ ਆਪਣਾ, ਇੱਕ ਪਰਮਾਤਮਾ ਬਗਾਨਾ। ਔਰ ਮਿੱਠਾ ਮਿੱਠਾ ਗੱਪ, ਕੜੂਆ ਕੜੂਆ ਥੂ, ਇਹ ਸਾਡੀ ਗੱਲ ਬਣੀ ਹੋਈ ਹੈ। ਲੂੰਬੜੀ ਵਾਲੀ, ਉਹ ਕਾਂ ਦੇ ਮੂੰਹ 'ਚ ਬੋਟੀ ਸੀ ਨਾ, ਹੁਣ ਮੂੰਹ ਭਰੇ ਪਾਣੀ ਨਾ। ਕਹਿੰਦੇ ਮੀਆਂ ਜੀ ਤੁਹਾਡਾ ਰਾਗ ਬਹੁਤ ਵਧੀਆ ਸੁਣਾਓ, ਤੇ ਬੋਲੂਗਾ ਬੋਟੀ ਦੇ ਪੋ ਦਿਖਾ ਕੇ ਤੁਰਦੀ ਹੂੰ। ਹਾਂਜੀ, ਉਹ ਵੀ ਭੂਤਰ ਗਿਆ, ਹੈਂ ਲੱਗਾ ਕਾਂ ਕਾਂ ਕਰਨ, ਬੋਟੀ ਦੇ ਪਈ ਖਾ ਕੇ। ਕਹਿੰਦੇ ਮੀਆਂ ਜੀ ਹੁਣ ਤੁਹਾਡਾ ਅੱਜ ਗਲਾ ਬੈਠਿਆ ਹੈ, ਫੇਰ ਸੁਣੂਗੀ। ਇਹ ਤਾਂ ਸਾਡੀ ਹਾਲਤ ਅੱਜ ਕੱਲ੍ਹ ਬਣੀ ਹੋਈ ਹੈ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਹਨ ਕਮਲਾ ਪਤ, ਕਮਲਾ ਦਾ ਪਤੀ ਵਿਸ਼ਨੂੰ, ਕਬਲਾ ਵਿਸ਼ਨੂੰ ਦੇ ਘਰ ਵਾਲੀ ਬਣ ਗਈ ਲక్ష్ਮੀ। ਨਹੀਂ ਜਾਣਨਾ ਗੁਰੂ ਉਸਤਾਦ ਤੋਂ ਬਿਨਾਂ, ਉਹਨਾਂ ਨੇ ਵੀ ਉਸ ਪਰਮਾਤਮਾ ਦੇ ਭੇਦ ਨੂੰ ਨਹੀਂ ਜਾਣਿਆ, ਜਿਹੜੇ ਧਰਤੀ ਦੇ ਹਰਤੇ ਕਰਤੇ ਆ। ਬਰਮਾ ਦਾ ਪੈਦਾ ਕਰਦਾ, ਵਿਸ਼ਨੂੰ ਪਾਲਦਾ, ਸ਼ਿਵ ਜੀ ਮੌਤ। ਹੁਣ ਸ਼ਿਵ ਜੀ ਦੀ ਡਿਊਟੀ ਲੱਗੀ ਹੈ, ਉਵੇਂ ਕਤਲ ਕਰ ਦਿਓ ਤੇ ਅਦਾਲਤਾਂ 'ਚ ਕੇਸ ਚੱਲਦਾ, ਫਾਂਸੀ ਲਟਕ ਜਾਂਦਾ। ਤੇ ਸ਼ਿਵ ਜੀ ਦੇ ਕਿਸੇ ਨੇ ਮੁਕੱਦਮਾ ਚਲਾਇਆ ਜਿੱਥੇ ਵੀ ਸ਼ਿਵ ਜੀ ਇੰਨੀ ਦੁਨੀਆ ਮਾਰੀ ਜਾਂਦਾ ਇਹ, ਕਿ ਉਹਦੀ ਡਿਊਟੀ ਲਾਈ ਆ, ਉਹਨੂੰ ਕੋਈ ਦੋਸ਼ ਨਹੀਂ। ਸ਼ਿਵ ਜੀ ਮੌਤ ਦਾ ਦੇਵਤਾ,
ਉਹਦੇ ਤੇ ਕਿਸੇ ਨੇ ਮੁਕੱਦਮਾ ਕੀਤਾ, ਤੂੰ ਸਾਡਾ ਮੁੰਡਾ ਮਾਰਤਾ, ਮੇਰਾ ਪਤੀ ਮਾਰਤਾ, ਮੇਰਾ ਪੇ ਮਾਰਤਾ, ਮੇਰੀ ਪਤਨੀ ਮਾਰਤੀ, ਮੇਰੇ ਨਿਆਣੇ ਮਾਰਤੇ, ਮੇਰੀਆਂ ਮੱਝਾਂ ਗਾਈਆਂ ਮਾਰਤੀਆਂ, ਮੇਰੇ ਘੋੜੇ ਘੋੜੀਆਂ ਮਾਰਤੇ, ਸ਼ਿਵ ਜੀ ਦੇ ਕਤਲ ਬਣਿਆ ਮੁਕੱਦਮਾ। ਕੋਈ ਅਦਾਲਤ ਹੈ ਜਿੱਥੇ ਸ਼ਿਵ ਜੀ ਦੇ ਕੇਸ ਚਲਾਇਆ ਗਿਆ ਹੋਵੇ ਜਾਂ ਕੋਈ ਚਲਾ ਸਕੇ? ਕਿਉਂਕਿ ਉਹਦੀ ਅਕਾਲ ਪੁਰਖ ਨੇ ਡਿਊਟੀ ਲਾਈ ਹੈ, ਉਹ ਦੋਸ਼ ਨਹੀਂ। ਇਸ ਵਾਸਤੇ ਕਹਿੰਦੇ ਪਰ ਐਰੜੀਆਂ ਜਿਹੜੀਆਂ ਸ਼ਕਤੀਆਂ, ਉਹਨਾਂ ਨੇ ਵੀ ਗੁਰੂ ਤੋਂ ਬਿਨਾਂ ਗਿਆਨ ਪ੍ਰਾਪਤ ਨਹੀਂ ਕੀਤਾ। ਵੱਡੀਆਂ ਵੱਡੀਆਂ ਸ਼ਕਤੀਆਂ ਧਰਤੀ ਦੇ ਉਥਾਮਿਆਂ, ਗੁਰੂ ਉਹਨਾਂ ਨੂੰ ਵੀ ਧਾਰਨਾ ਕਰੇ। ਉਹਨਾਂ ਨੇ ਵੀ ਪ੍ਰਮਾਤਮਾ ਦੇ ਭੇਦ ਨੂੰ ਗੁਰੂ ਤੋਂ ਬਿਨਾਂ ਨਹੀਂ ਜਾਣਿਆ ਹੈ। ਕਹਿ ਕਬੀਰ ਸੋ ਭਰਮੈ ਨਾਹੀ। ਕਬੀਰ ਸਾਹਿਬ ਕਹਿੰਦੇ ਉਹ ਬੰਦਾ ਭਰਮ ਚੱਕਰ ਵਿੱਚ ਨਹੀਂ ਪੈਂਦਾ ਹੈ। ਪਗ ਲਗ ਰਾਮ ਰਹਿ ਸਰ ਨਾਹੀ। ਜਿਹੜਾ ਗੁਰੂ ਦੇ ਚਰਨਾਂ ਵਿੱਚ ਆ ਕੇ ਆਪਾ ਭਾਵ ਤਿਆਗ ਕੇ ਉਹਨਾਂ ਦੀ ਸ਼ਰਨ ਵਿੱਚ ਰਹਿੰਦਾ, ਉਹਨਾਂ ਦੀ ਸ਼ਰਨ। ਕਿਉਂਕਿ ਸਰਣ ਨਾਥ ਤੋਰੀਆਂ ਅਵਾਰ ਲਾਜ ਮੋਰੀਆਂ, ਜਿਤਿਓ ਸਰਣ ਆਇਓ ਹੈ ਤਿਤਿਓ ਰਾਖ ਲਾਇਓ ਹੈ। ਬਿਨਾਂ ਸਰਣ ਤਾਕੀ ਨਹੀਂ ਔਰ ਓਟੰਗ, ਲਿਖੇ ਜੰਤਰ ਕੀਤੇ ਪੜੇ ਮੰਤਰ ਕੋਟੰਗ। ਬਚੇਗਾ ਨਾ ਕੋਈ ਕਰੇ ਕਾਲ ਚੋਟੰਗ, ਜਿਤਿਓ ਸਰਣ ਆਇਓ ਹੈ ਤਿਤਿਓ ਰਾਖ ਲਇਓ ਹੈ। ਸ਼ਰਨ ਪ੍ਰਭ ਕੀ ਸਰਣ ਸਗਲ ਪੈ ਲਾਥੇ, ਦੁਖ ਬਿਨਸੈ ਸੁਖ ਪਾਇਆ। ਇਸ ਕਰਕੇ ਜਿਹਨੂੰ ਉਹਦੀ ਸ਼ਰਨ ਗ੍ਰਹਿਣ ਕਰ ਲਈ, ਆਪਾ ਭਾਵ ਹੰਕਾਰ ਤਿਆਗ ਕੇ ਉਹ ਤਾਂ ਕੁਝ ਲੈ ਜਾਂਦਾ। ਜਿਹੜਾ ਸ਼ਰਨ ਵਿੱਚ ਆ ਕੇ ਵੀ ਹੰਕਾਰ ਕਰਦਾ ਉਹ ਕੁਝ ਵੀ ਨਹੀਂ। ਮਾਰੇ ਨੌਵੇਂ ਗਾਏ ਸੀ ਨਾ ਦੇਸੂ, ਕਹਿੰਦੇ ਇਹ ਚਾਲਾਂ ਦਾ ਮੁਖੀ ਹੈ। ਤੇ ਮਹਾਰਾਜ ਨੇ ਕਹੋ ਕਿੱਧਰ ਆ ਸਰਵਰੀਆ ਬਣਿਆ ਫਿਰਦਾ, ਲਾਲਾਂ ਵਾਲੇ ਪੀਰ ਦੀ ਪੂਜਾ ਕਰਦਾ ਫਿਰਦਾ, ਰੋਟ ਖਾਨਾ ਝੂਠੇ। ਤੇ ਮਹਾਰਾਜ ਨੇ ਇੱਧਰ ਲਾ ਖੁੰਡੀ ਜਿਹੀ ਛਡਾਈ ਦੇ, ਉਹ ਬੰਨੀ ਫਿਰਦਾ ਸੀ, ਧਾਗਾ ਜਿਹਾ ਕੜਾ ਜਿਹਾ ਪਾਈ ਫਿਰਦਾ ਸੀ, ਮੰਗਣਾ ਜਿਹਾ ਲਾਇਆ। ਉਹ ਘਰ ਵਾਲੀ ਪੱਕੀ ਚੇਲੀ ਸੀ। ਕਹਿੰਦੇ ਤੂੰ ਕਿੱਧਰ ਗੁਰੂ ਦੇ ਮਗਰ ਲੱਗ ਗਿਆ? ਮਹਾਰਾਜ ਨੇ 5 ਤੀਰ ਦਿੱਤੇ। ਕਹਿੰਦੇ ਤੀਰ ਨਹੀਂ 5 ਵੀਰ ਆ। ਉਹ ਕਹਿੰਦੇ ਆਪਾਂ 5 ਪੀਰੀਏ ਆ, ਤੂੰ ਗੁਰੂ ਦੇ ਲੜ ਲੱਗ ਗਿਆ। ਪੀਰ ਨੇ ਸਾਨੂੰ ਮੱਝਾਂ ਗਾਈਆਂ, ਘੋੜੇ ਘੋੜੀਆਂ, ਮੁੰਡੇ ਕੁੜੀਆਂ, ਦੁੱਧ ਪੁੱਤ ਸਭ ਕੁਝ ਦਿੱਤਾ। ਹਾਂਜੀ 22 ਪਿੰਡਾਂ ਦੇ ਅਸੀਂ ਚੌਧਰੀ ਆ, ਤੂੰ ਉਧਰ ਕਿੱਧਰ ਚਲੇ ਗਿਆ? ਪੀਰ ਤਾਂ ਪੀੜ ਦੋ ਸਾਨੂੰ। ਹਾਂਜੀ ਬਸ ਘਰ ਵਾਲੀ ਦੇ ਝਾਂਸੇ 'ਚ ਆ ਗਿਆ, ਉਹ ਤੀਰ ਤੋੜ ਕੇ ਛੱਪੜ 'ਚ ਸੁੱਟ ਦਿੱਤੇ। ਇਹ ਆਇਆ ਨਾ ਮਹਾਰਾਜ ਕਹਿੰਦੇ ਦੇਸੂ, ਤੇ ਜਲਿਆ ਕੁੰਡਾ ਲਾ ਗਿਆ, ਅੰਦਰ ਵੜ ਦਿੱਤਾ ਘਰ ਵਾਲੀ ਨੇ। ਤੇ ਮਹਾਰਾਜ ਕਹਿੰਦੇ ਅੱਛਾ ਬਾਈਆ ਨਾ ਤੇਈਆ, ਠੇਈਆ ਹੀ ਠੇਈਆ, ਸਾਰਾ ਕੁਛ ਤਬਾਹ ਹੋ ਗਿਆ। ਇਸ ਵਾਸਤੇ ਕਹਿੰਦੇ ਤੀਰ ਨਹੀਂ ਸੀ 5 ਵੀਰ ਸੀ। ਇਸ ਨੇ ਨਰਾਦਰ ਕੀਤਾ ਗੁਰੂ ਕੀ ਬਖਸ਼ਿਸ਼ ਦਾ। ਇਸ ਤਰ੍ਹਾਂ ਕਈਆਂ ਦੀ ਹਾਲਤ ਹੈ। ਪਰ ਜਿਨ੍ਹਾਂ ਨੇ ਸ਼ਰਨ ਗ੍ਰਹਿਣ ਕਰ ਲਈ, ਪੱਗ ਲਗ ਰਾਮ ਰਹਿ ਸਰਨਾਈ, ਗੁਰੂ ਮਹਾਰਾਜ ਦੇ ਚਰਨੀ ਲੱਗ ਗਏ ਤੇ ਰਾਮ ਨਿਰੰਕਾਰ ਦੀ ਸ਼ਰਨ ਨੂੰ ਗ੍ਰਹਿਣ ਕਰ ਲਿਆ। ਜਿਹਨੇ ਗ੍ਰਹਿਣ ਕਰ ਲਈ ਉਹ ਬਖਸ਼ਾਂ ਬਖਸ਼ਾਂ ਲਗਾ। ਬਖਸ਼ਿਸ਼ਾਂ ਜੇ ਬਖਸ਼ਿਸ਼ ਲੈਣੀ ਹੈ, ਆਪਾ ਭਾਵ ਤਿਆਗ ਕੇ ਗੁਰੂ ਕੀ ਸ਼ਰਨ ਗ੍ਰਹਿਣ ਕਰੀਏ। ਅੱਜ ਦੇ ਉਪਦੇਸ਼ ਵਿੱਚ ਭਗਤ ਜੀ ਵੱਲੋਂ ਇਹ ਸਿੱਖਿਆ ਗੁਰੂ ਮਹਾਰਾਜ ਦੀ ਬਾਣੀ ਦੁਆਰਾ ਦਿੱਤੀ ਗਈ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਅਗਲੇ ਸਮੇਂ ਦੀ ਅੜੀਕ ਕਰੋ। ਜਿਵੇਂ ਮਹਾਰਾਜ ਕਿਰਪਾ ਕਰਨੇ ਉਸ ਵਿਚਾਰ ਨੂੰ ਆਪਾਂ ਕਰਾਂਗੇ। ਔਰ ਆਈ ਸੰਗਤ ਨੂੰ ਜੀ ਆਇਆਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪ੍ਰਬੰਧਕਾਂ ਦਾ, ਸੰਗਤਾਂ ਦਾ, ਸਮੂਹ ਸੇਵਾਦਾਰਾਂ ਦਾ, ਗਿਆਨੀ ਰਾਗੀ ਪਾਠੀ ਸੇਵਾਦਾਰ ਸਾਰਿਆਂ ਦਾ ਸਮੁੱਚੇ ਰੂਪ ਧੰਨਵਾਦ। ਮਹਾਰਾਜ ਕਿਰਪਾ ਕਰਕੇ ਸਭ ਨੂੰ ਨਾਮਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ ਦਾਤ ਬਖਸ਼ਿਸ਼ ਕਰਨ। ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਬੋਲੋ ਅਗਲੀਆਂ ਪੰਕਤੀਆਂ। ਕਹਿ ਕਬੀਰ ਸੋ ਭਰਮੈ ਨਾਹੀ, ਪਗ ਲਗ ਰਾਮ ਰਹਿ ਸਰ ਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।